ਗੁਰ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਗੁਰ ਪਗ ਸਾਗਰ ਆਨੰਦ ਮਨ ਨਿਜ ਮੀਨ ਬਨਾਓ। ਕਾਹੂ ਕਥਾ ਪਾਵਨ ਪਰਮ ਸੁਨ ਸਰੋਤਾ ਸੁਖ ਪਾਓ। ਸ੍ਰੀ ਗੁਰ ਪਗ ਸਾਗਰ ਆਨੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਤੋਂ ਹੁੰਦਿਆਂ ਮਹਾਰਾਜ ਕਾਗ ਪਸੁੰਡ ਰਿਖੀ ਨੂੰ ਦਰਸ਼ਨ ਦੇ ਕੇ ਦੱਤਾਤਰੇय ਨੂੰ ਉਪਦੇਸ਼ ਦੇ ਕੇ ਪ੍ਰਹਿਲਾਦ ਜੀ ਦਾ ਜਿੱਥੇ ਅਸਥਾਨ ਹੈ ਉੱਥੇ ਪਹੁੰਚੇ ਨੇ। ਉਹਨਾਂ ਨੂੰ ਦਰਸ਼ਨ ਦੇ ਕੇ ਮਹਾਰਾਜ ਅੱਗੇ ਗਏ ਹਨ ਜਿੱਧਰ ਧਰੂ ਜੀ ਦਾ ਸਥਾਨ ਹੈ। ਨਾਲ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਨੇ। ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਬੇਨਤੀ ਕਰਦੇ ਹਨ, ਮਹਾਰਾਜ ਕਿਰਪਾ ਕਰਕੇ ਜਿਸ ਤਰ੍ਹਾਂ ਆਪ ਜੀ ਨੇ ਧਰੂ ਜੀ ਦਾ ਸਥਾਨ ਦਿਖਾਇਆ ਹੈ, ਬੜੀ ਰਹਿਮਤ ਕੀਤੀ ਹੈ ਕਿ ਹੁਣ ਧਰੂ ਜੀ ਦੇ ਅਸਥਾਨ ਵੱਲ ਜਾ ਰਹੇ ਹਾਂ। ਪ੍ਰਹਿਲਾਦ ਜੀ ਦਾ ਸਥਾਨ ਦੇਖ ਕੇ ਆਪ ਕਿਰਪਾ ਕਰਕੇ ਇਹਨਾਂ ਦਾ ਜੋ ਜੀਵਨ ਹੈ ਇਤਿਹਾਸ ਹੈ ਉਹ ਵੀ ਦੱਸੋ। ਮਹਾਰਾਜ ਜੀ ਨੇ ਕਿਰਪਾ ਕੀਤੀ। ਜਿਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਮੁਖਾਰਬਿੰਦ ਤੋਂ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਦੇ ਤਾਈਂ ਇਤਿਹਾਸ ਸੁਣਾਇਆ। ਭਾਈ ਗੁਰਦਾਸ ਜੀ ਵੀ ਆਪਣੀ ਵਾਰਾਂ ਅੰਦਰ ਉਹ ਲਿਖਦੇ ਹਨ ਕਿ ਰਾਜਾ ਉਤਾਨਪਾਦ ਜਿਸ ਦੀਆਂ ਦੋ ਰਾਣੀਆਂ ਸੀ, ਇੱਕ ਦਾ ਨਾਮ ਸੁਰੀਚੀ ਸੀ, ਇੱਕ ਦਾ ਨਾਮ ਸੁਨੀਤੀ ਸੀ। ਜਿਹੜੀ ਸੁਰੀਚੀ ਸੀ ਉਸ ਦਾ ਪੁੱਤਰ ਸੀ ਉੱਤਮ ਤੇ ਸੁਨੀਤੀ ਦੇ ਕੁੱਖੋਂ ਧਰੂ ਜੀ ਦਾ ਜਨਮ ਹੋਇਆ। ਜਿਹੜਾ ਰਾਜਾ ਉਤਾਨਪਾਦ ਸੀ ਉਹ ਰਾਣੀ ਸੁਨੀਚੀ ਦੇ ਨਾਲ ਬਹੁਤਾ ਮੋਹ ਕਰਦਾ ਸੀ। ਇੱਕ ਦਿਨ ਧਰੂ ਜੀ 5 ਵਰ੍ਹਿਆਂ ਦੇ ਸਨ, ਆਪਣੀ ਪਿਤਾ ਦੀ ਗੋਦ 'ਚ ਆ ਕੇ ਬੈਠੇ। ਮਨ ਵਿੱਚ ਰੋਸ ਮਤਰਈ ਕੀਤਾ, ਬਾਹੋਂ ਪਕੜ ਉਠਾ ਲਿਆ। ਧਰੂ ਜੀ ਨੂੰ ਬਾਹੋਂ ਫੜ ਕੇ ਪਿਤਾ ਉਤਾਨਪਾਦ ਦੀ ਗੋਦ ਤੋਂ ਉਠਾ ਦਿੱਤਾ। ਕਹਿਣ ਲੱਗੀ, ਜੇ ਗੋਦ 'ਚ ਹੀ ਬੈਠਣ ਦਾ ਚਾਅ ਹੈ ਨਾ ਤੇ ਮੇਰੀ ਕੁੱਖੋਂ ਜਨਮ ਲੈ। ਧਰੂ ਜੀ ਬੜੇ ਉਦਾਸ ਹੋਏ, ਨੇਤਰ ਭਰ ਕੇ ਮਾਂ ਦੇ ਕੋਲ ਗਏ। ਸੁਨੀਤੀ ਸਿਆਣੀ ਸੀ, ਕਹਿਣ ਲੱਗੀ, ਪੁੱਤਰ ਦੋਸ਼ ਕਿਸੇ ਦਾ ਨਹੀਂ, ਦੋਸ਼ ਤਾਂ ਕਰਮਾਂ ਦਾ ਹੈ। ਭਾਵੇਂ ਮੈਂ ਰਾਣੀ ਆ
ਪਰ ਭਗਤੀ ਨਾ ਹੋਣ ਕਰਕੇ, ਪ੍ਰਭੂ ਦੀ ਬੰਦਗੀ ਨਾ ਹੋਣ ਕਰਕੇ ਮੈਂ ਰਾਣੀਆਂ ਵਾਲਾ ਸੁੱਖ ਨਹੀਂ ਮਾਣ ਰਹੀ। ਕਿਉਂਕਿ ਸੁਖ ਨਾਹੀ ਬਹੁਤਾ ਧਨ ਖਾਟੈ, ਸੁਖ ਨਾਹੀ ਪੇਖੈ ਨਿਰਤ ਨਾਟੈ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਭਾਵੇਂ ਸਾਰਾ ਕੁਝ ਬੰਦੇ ਕੋਲ ਹੋਵੇ, ਪਰ ਪ੍ਰਭੂ ਦੇ ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਅੰਦਰ ਦੀ ਸ਼ਾਂਤੀ ਨਹੀਂ। ਤੇ ਜਿੰਨਾ ਚਿਰ ਅੰਦਰ ਸ਼ਾਂਤ ਨਹੀਂ, ਉਹਨਾਂ ਚਿਰ ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਬੰਦਾ ਸੁਖੀ ਨਹੀਂ ਹੋ ਸਕਦਾ। ਜੇ ਪ੍ਰਭੂ ਦਾ ਨਾਮ ਕੋਲ ਹੈ ਨਾ, ਰੁਖੋ ਭੋਜਨ ਭੂਮ ਸੈਨ ਸਖੀ, ਪ੍ਰੇ ਸੰਗ ਸੁਖ ਬਿਹਾਤ। ਫਿਰ ਕੋਲ ਭਾਵੇਂ ਉਹ ਸੁੱਖ ਵਾਲੇ ਸਾਧਨ ਨਾ ਵੀ ਹੋਣ, ਪਰ ਹਿਰਦੇ ਵਿੱਚ ਨਾਮ ਵਸਿਆ ਹੋਣ ਕਰਕੇ ਫਿਰ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਹਿਣ ਲੱਗਾ ਮਾਂ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਅੱਗੋਂ ਮਾਂ ਸੁਨੀਤੀ ਕਹਿਣ ਲੱਗੀ ਪਰਮੇਸ਼ਰ ਆਰਾਧੀਐ, ਜਿੱਦੂ ਹੋਈ ਹੈ ਪਤਤ ਪੁਨੀਤਾ। ਮਾਂ ਕੋਲੋਂ ਸਿੱਖਿਆ ਲਈ ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਮਨ ਬੈਰਾਗੀ ਹੋ ਗਿਆ, ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਓ। ਭਾਵੇਂ ਕਾਰਨ ਵੈਰਾਗ ਸੀ, ਕਿਸੇ ਕਾਰਨ ਮਨ 'ਚ ਵੈਰਾਗ ਹੋਇਆ। ਭਗਤ ਧਰੂ ਜੀ ਨੂੰ ਰਸਤੇ ਵਿੱਚ ਨਾਰਦ ਮੁਨ ਉਪਦੇਸਿਆ। ਨਾਰਦ ਮੁਨੀ ਮਿਲੇ, ਉਹਨਾਂ ਨੇ ਉਪਦੇਸ਼ ਦਿੱਤਾ, ਵਾਸਦੇਵ ਮੰਤਰ ਦਿੱਤਾ ਹੈ ਕਿ ਇਹਦਾ ਅਭਿਆਸ ਕਰ। ਤੇ ਬ੍ਰਿਜ ਨੇੜੇ ਇੱਕ ਬਨ ਹੈ ਮਧੂਬਨ, ਜਮਨਾ ਦੇ ਕੰਢੇ ਤੇ ਜਾ ਕੇ ਭਗਤ ਧਰੂ ਜੀ ਤਪ ਕਰਨ ਲੱਗੇ। ਪਹਿਲੇ ਮਹੀਨੇ ਇਸੇ ਤਰ੍ਹਾਂ ਤਪ ਕਰਦੇ ਰਹੇ। ਜਦ ਦੂਜਾ ਮਹੀਨਾ ਚੜਿਆ, ਤੀਜੇ ਦਿਨ ਫਿਰ ਭੋਜਨ ਕਰਦੇ ਸਨ। ਤੇ ਭੋਜਨ ਕਿਸ ਦਾ ਸੀ? ਕੰਦ ਮੂਲ ਚੁਣ ਖਾਈ। ਇਹ ਪੁਰਾਤਨ ਸਮੇਂ ਦੇ ਵਿੱਚ ਰਿਸ਼ੀ ਮੁਨੀ ਜਦੋਂ ਤਪ ਕਰਨ ਵਾਸਤੇ ਕਿਤੇ ਵਨ ਦੇ ਵਿੱਚ, ਜੰਗਲਾਂ ਵਿੱਚ ਸਮਾਂ ਬਤੀਤ ਕਰਦੇ। ਕਿਉਂਕਿ ਜੇ ਕਹੀਏ ਕਿ ਜੰਗਲ 'ਚ ਮਿਲਦਾ ਕੀ ਹੈ, ਹਾਂ ਪਖੰਡ ਦਾ ਜ਼ਰੂਰ ਗੁਰੂ ਜੀ ਨੇ ਖੰਡਨ ਕੀਤਾ ਹੈ। ਫਿਰ ਮਹਾਰਾਜ ਜੀ ਨੇ ਭਗਤ ਯੋਗ, ਪ੍ਰੇਮ ਯੋਗ ਦਿੱਤਾ ਹੈ ਕਿ ਹਿਰਦਾ ਨਾਮ ਵਸਾਏ ਹੋ, ਘਰ ਬੈਠੇ ਗੁਰੂ ਤੇ ਆਏ ਹੋ। ਪਰ ਉਦੋਂ ਉਮਰਾਂ ਲੰਬੀਆਂ ਸੀ, ਤਪ ਕਰ ਸਕਦੇ ਸਨ। ਜਿਨ੍ਹਾਂ ਨੇ ਆਪਣੀ ਆਤਮਾ ਨੂੰ ਸ਼ੁੱਧ ਕੀਤਾ ਨਾਮ ਜਪ ਕੇ, ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਵੀ ਹੈ। ਭਗਤ ਧਰੂ ਜੀ ਉਪਦੇਸ਼ ਲੈ ਕੇ ਜਦ ਦੂਜਾ ਮਹੀਨਾ ਆਇਆ ਤਪ ਕਰਦਿਆਂ ਨੂੰ, ਤੀਜੇ ਦਿਨ ਭੋਜਨ ਕਰਦੇ ਸਨ। ਤੇ ਭੋਜਨ ਕਿਸ ਦਾ ਕਰਦੇ ਸੀ? ਜੰਗਲ ਦੇ ਵਿੱਚੋਂ ਜਿਹੜੇ ਬ੍ਰਿਕਸ਼ਾਂ ਦੇ ਉੱਤੇ ਫਲ ਲੱਗੇ ਸਨ, ਉਹਨਾਂ ਦਾ ਭੋਜਨ ਕਰਨ ਲੱਗੇ। ਸਮਾਂ ਬੀਤਿਆ ਤੇ ਫਿਰ ਭੋਜਨ ਕੇਵਲ ਪੱਤਿਆਂ ਦਾ ਹੀ ਰਹਿ ਗਿਆ। ਹੌਲੀ ਹੌਲੀ ਭਗਤ ਜੀ ਪਾਉਣ ਆਹਾਰੀ ਹੋ ਗਏ। ਜਿਹੜਾ ਜੇਕਰ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ ਨਾ, ਬ੍ਰਹਮ ਗਿਆਨੀ ਕਾ ਭੋਜਨ ਬ੍ਰਹਮ ਗਿਆਨ, ਉਹਨਾਂ ਦਾ ਨਾਮ ਹੀ ਭੋਜਨ ਬਣ ਗਿਆ। ਏਕ ਨਾਮ ਸੰਤਨ ਆਧਾਰ, ਸੰਤਾਂ ਦਾ ਆਸਰਾ, ਭਗਤਾਂ ਦਾ ਆਸਰਾ ਇੱਕ ਨਾਮ ਹੈ। ਸਾਚਾ ਨਾਮ ਮੇਰਾ ਆਧਾਰੋ। ਜਦ ਨਾਮ ਆਧਾਰ ਬਣਿਆ, ਪਾਉਣ ਆਹਾਰੀ ਹੋ ਗਏ। ਕਿਉਂਕਿ ਨਾਮੇ ਹੀ ਤੇ ਸਭ ਕੁਛ ਹੁਆ, ਨਾਮ ਤੋਂ ਹੀ ਤਾਂ ਸਾਰਾ ਕੁਝ ਪੈਦਾ ਹੋਇਆ ਹੈ। ਇਹ ਜਿੰਨੀ ਬਨਾਸਪਤੀ ਹੈ, ਜਿੰਨੀ ਸ੍ਰਿਸ਼ਟੀ ਵਿੱਚ ਸਾਨੂੰ ਦਿਖ ਰਹੀ ਹੈ, ਜੀਵਨ ਦਾ ਆਧਾਰ ਬਣ ਕੇ ਸਾਡਾ ਜਿਹੜਾ ਹੈ ਸੋ ਪਾਲਣ ਪੋਸ਼ਣ ਕਰ ਰਹੀ ਹੈ, ਵੀ ਤਾਂ ਨਾਮ ਤੋਂ ਹੀ ਪੈਦਾ ਹੋਈ ਹੈ। ਤੇ ਜਿਹਨੇ ਨਾਮ ਨੂੰ ਹੀ ਆਧਾਰ ਬਣਾ ਲਿਆ, ਉਹ ਨਾਮ ਦੇ ਆਸਰੇ ਹੀ ਫਿਰ ਜਿਉਣ ਲੱਗੇ। ਜਿਹੜੇ ਪ੍ਰਭੂ ਨੂੰ ਅੰਦਰ ਧਿਆਉਂਦੇ ਸਨ, ਐਸੀ ਬਖਸ਼ਿਸ਼ ਹੋਈ। ਉਦਣ ਕਿਰਪਾ ਹੋਈ ਤੇ ਪ੍ਰਭੂ ਨੂੰ ਸਾਖਿਆਤ ਦੇਖਿਆ, ਦਰਸ਼ਨ ਕੀਤੇ ਨੇਤਰ ਖੋਲ ਕੇ। ਜਿਹੜਾ ਸਰੂਪ ਅੰਦਰ ਧਿਆ ਰਹੇ ਸਨ, ਉਹ ਬਾਹਰ ਦੇਖਿਆ। ਫਿਰ ਜਦੋਂ ਬਾਹਰ ਸਰੂਪ ਦੇਖਿਆ, ਪ੍ਰਸੰਨ ਹੋਏ, ਚਰਨਾਂ ਤੇ ਨਮਸਕਾਰ ਕੀਤੀ। ਕਹਿਣ ਲੱਗੇ ਤੁਸੀਂ ਆਦ ਸੱਚ ਜੁਗਾਦ ਸੱਚ ਹੋ, ਸ੍ਰਿਸ਼ਟੀ ਦੇ ਰਚਨਹਾਰ ਹੋ, ਸੋ ਸਾਰੇ ਜਗਤ ਦੇ ਕਰਤਾ ਹੋ, ਸੁਆਮੀ ਹੋ, ਮਾਲਕ ਹੋ। ਪ੍ਰਸੰਨ ਹੋ ਕਰਕੇ ਪ੍ਰਭੂ ਜੀ ਨੇ ਭਗਤ ਧਰੂ ਜੀ ਦੇ ਤਾਈਂ ਇਹ ਵਰ ਦਿੱਤੇ ਕਿ ਧਰੂ, ਸੋ ਹੁਣ ਤੂੰ ਆਪਣੇ ਨਗਰ ਵਿੱਚ ਜਾ, ਸਾਰਾ ਰਾਜ ਭਾਗ ਹੁਣ ਤੈਨੂੰ ਮਿਲੇਗਾ। ਤੇਰਾ ਪਿਤਾ ਹੁਣ ਤਪ ਕਰੇਗਾ। ਇਹ ਵੀ ਦੱਸ ਦਿੱਤਾ ਸੀ ਕਿ ਤੇਰਾ ਭਰਾ ਜਿਹੜਾ ਉੱਤਮ ਹੈ ਨਾ, ਉਹ ਜੰਗਲਾਂ ਦੇ ਵਿੱਚ ਜੱਛਾਂ ਦੇ ਹੱਥੋਂ ਮਾਰਿਆ ਜਾਵੇਗਾ। ਮਤਰੇਈ ਮਾਂ ਜਿਹੜੀ ਆ, ਉਹਨੂੰ ਲੱਭਦੀ ਜੰਗਲ ਵਿੱਚ ਜਾਵੇਗੀ, ਦਾਵਾ ਅਗਨ ਦੇ ਨਾਲ ਸੜੇਗੀ। ਤੈਨੂੰ ਰਾਜ ਭਾਗ ਮਿਲੇਗਾ ਅਤੇ 36,000 ਵਰਾ ਤੂੰ ਰਾਜ ਕਰੇਂਗਾ। ਸਤਯੁਗ ਦਾ ਸਮਾਂ ਹੈ, ਇੰਨੀਆਂ ਲੰਬੀਆਂ ਉਮਰਾਂ ਹਨ। ਇਹ ਰਾਜ ਭਾਗ ਕਰਕੇ, ਪ੍ਰਾਪਤ ਕਰਕੇ, ਉਸ ਤੋਂ ਬਾਅਦ ਤੈਨੂੰ ਸਦੀਵ ਕਾਲ ਰਾਜ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ।
ਇਹ ਚੰਦਰਮਾ, ਸੂਰਜ, ਤਾਰੇ ਸਾਰੇ ਹੀ ਤੇਰੀਆਂ ਪਰਿਕਰਮਾ ਕਰਨਗੇ। ਐਸੀਆਂ ਬਖਸ਼ਿਸ਼ਾਂ ਕੀਤੀਆਂ ਭਗਤ ਧਰੂ ਜੀ। ਇਹ ਬਖਸ਼ਿਸ਼ਾਂ ਲੈ ਕੇ ਚਰਨਾਂ ਕਮਲਾਂ ਦੇ ਉੱਤੇ ਸੀਸ ਰੱਖਦੇ ਨੇ। ਜਿਸ ਤਰ੍ਹਾਂ ਆਪਣੇ ਨਗਰ ਦੇ ਵਿੱਚ ਆਉਂਦੇ ਹਨ, ਤਪ ਕਰਨ ਤੋਂ ਬਾਅਦ ਵਨ ਵਿੱਚੋਂ ਪਿਤਾ ਉਤਾਨਪਾਦ ਪ੍ਰਸੰਨ ਹੋ ਕੇ ਭਗਤ ਧਰੂ ਜੀ ਨੂੰ ਆਪਣੇ ਸਿੰਘਾਸਨ ਦੇ ਉੱਤੇ ਬਿਠਾ ਕੇ ਰਾਜ ਤਿਲਕ ਦਿੰਦੇ ਹਨ। ਇਹ ਸਾਰੀ ਵਿਚਾਰ ਅੱਗੇ ਆ ਰਹੀ ਹੈ। ਆਓ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਦੀ ਜੋ ਜੀਵਨ ਕਥਾ ਅੰਮ੍ਰਿਤਮਈ ਆਪਾਂ ਸਰਵਣ ਕਰਦੇ ਆ ਰਹੇ ਹਾਂ, ਇਸ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣਾ ਕਰੀਏ। ਸਮੁੱਚੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪ੍ਰੇਮ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਗੁਰ ਪਗ ਸਾਗਰ ਆਨੰਦ। ਕਵਿਰਾਜ ਕਵੀ ਸੰਤੋਖ ਸਿੰਘ ਜੀ ਸ੍ਰੀ ਨਾਨਕ ਪ੍ਰਕਾਸ਼ ਦਾ 72ਵਾਂ ਅਧਿਆਇ ਆਰੰਭ ਕਰਦੇ ਹਨ। ਸੋ ਪਹਿਲਾਂ ਮੰਗਲ ਕਰਦੇ ਹਨ। ਸ੍ਰੀ ਗੁਰ ਪਗ ਸਾਗਰ ਆਨੰਦ। ਗੁਰੂ ਜੀ ਦੇ ਜੋ ਚਰਨ ਹਨ ਉਹ ਆਨੰਦ ਦੇ ਸਮੁੰਦਰ ਹਨ। ਮਨ ਜ਼ਮੀਨ ਬਣਾਓ। ਮੈਂ ਆਪਣੇ ਮਨ ਨੂੰ ਗੁਰੂ ਜੀ ਦੇ ਆਨੰਦ ਰੂਪੀ ਸਮੁੰਦਰ ਦੀ ਮੱਛੀ ਬਣਾਉਂਦਾ ਹਾਂ। ਕਹੂੰ ਕਥਾ ਪਾਵਨ ਪਰਮ। ਅਤੇ ਬਹੁਤ ਹੀ ਪਾਵਨ ਪਰਮ ਪਵਿੱਤਰ ਤੋਂ ਪਵਿੱਤਰ ਪਰਮ ਪਵਿੱਤਰ ਜੋ ਕਥਾ ਹੈ ਉਹ ਸਤਿਗੁਰੂ ਜੀ ਦੀ ਉਚਾਰਨ ਕਰਦਾ ਹਾਂ। ਸੁਨ ਸਰੋਤਾ ਸੁਖ ਪਾਓ। ਐ ਸਰੋਤਾ ਜਨੋ ਇਸ ਪਾਵਨ ਕਥਾ ਨੂੰ ਆਪ ਜੀ ਵੀ ਮਨ ਬਾਣੀ ਸਰੀਰ ਕਰਕੇ ਸਰਵਣ ਕਰੋ ਅਤੇ ਜੋ ਗੁਰੂ ਜੀ ਦਾ ਉਪਦੇਸ਼ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ ਉਹਨਾਂ ਬਚਨਾਂ ਨੂੰ ਕਮਾ ਕਰਕੇ ਸੁਖ ਪ੍ਰਾਪਤ ਕਰੋ। ਸ੍ਰੀ ਬਾਲਾ ਸੰਦੁਰ ਵਾਚ। ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਇਹ ਕਥਾ ਖਡੂਰ ਸਾਹਿਬ ਦੀ ਧਰਤੀ ਤੇ ਸੁਣਾ ਰਹੇ ਹਨ। ਚੌਪਈ ਸ੍ਰੀ ਅੰਗਦ ਜੀ ਸੁਨ ਇਤਿਹਾਸਾ। ਐ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਆਪ ਜੀ ਇਤਿਹਾਸ ਸੁਣੋ। ਮਰਦਾਨੇ ਸੋ ਗੁਰੂ ਪ੍ਰਕਾਸ਼ਾ। ਜਿਸ ਤਰ੍ਹਾਂ ਭਾਈ ਮਰਦਾਨਾ ਜੀ ਦੀ ਬੇਨਤੀ ਕਰਨ ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਇਤਿਹਾਸ ਆਪਣੇ ਮੁਖਾਰ ਬਿੰਦ ਤੋਂ ਸਰਵਣ ਕਰਵਾਇਆ। ਕਹਿਣ ਲਗੇ ਪੁਨ ਦੀਨ ਦਿਆਲਾ। ਦੀਨ ਦਿਆਲ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਸੁਣਾਉਂਦੇ ਹਨ। ਧਰੁਵਪੁਰ ਕੋ ਗਮਨਿਓ ਤੇ ਕਾਲਾ। ਜਦੋਂ ਪ੍ਰਭੂ ਦੀ ਪ੍ਰਾਪਤੀ ਹੋਈ, ਜਦੋਂ ਪ੍ਰਭੂ ਸਾਖਿਆਤ ਹੋਏ, ਕਿਉਂਕਿ ਇਹ ਤਾਂ ਭਗਤਾਂ ਦੀ ਅਵਸਥਾ ਹੈ। ਬਾਣੀ ਦੇ ਵਿੱਚ ਵੀ ਆਪਾਂ ਜ਼ਿਕਰ ਪੜ੍ਹਦੇ ਹਾਂ ਕਿ ਜਦ ਵੀ ਭਗਤਾਂ ਦੇ ਉੱਤੇ ਕੋਈ ਵਿਪਤਾ ਦਾ ਸਮਾਂ ਬਣਿਆ ਜਾਂ ਉਹਨਾਂ ਨੇ ਪ੍ਰੇਮਾ ਭਗਤੀ ਕੀਤੀ ਤੇ ਪ੍ਰਭੂ ਨੇ ਸਾਖਸ਼ਾਤ ਹੋ ਕੇ ਉਹਨਾਂ ਨੂੰ ਦਰਸ਼ਨ ਦਿੱਤੇ ਹਨ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦੀ ਪ੍ਰਗਟ ਹੋ ਕੇ ਰੱਖਿਆ ਕੀਤੀ, ਭਗਤ ਨਾਮਦੇਵ ਜੀ ਦੀ ਰੱਖਿਆ ਕੀਤੀ। ਭਗਤ ਨਾਮਦੇਵ ਜੀ ਨੂੰ ਤਾਂ 72 ਵਾਰ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ ਹਨ। ਭਗਤ ਕਬੀਰ ਸਾਹਿਬ ਜੀ ਨੇ ਦਰਸ਼ਨ ਕੀਤੇ। ਭਗਤ ਧੰਨਾ ਜੀ ਦੀਆਂ ਜਿਹੜੀਆਂ ਸੀ ਉਹ ਗਾਈਆਂ ਮੱਝਾਂ ਆਪ ਚਾਰੀਆਂ, ਇਹਨਾਂ ਦੇ ਖੇਤਾਂ ਦੇ ਕਾਰਜ ਆਪ ਸਵਾਰੇ। ਇਸ ਤਰ੍ਹਾਂ ਭਗਤ ਧਰੂ ਜੀ ਨੂੰ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਹਨ। ਸੁਨਿਓ ਤਾਨ ਪਾਦ ਸੁਤਿਆਵਨ। ਤੇ ਇਹ ਬਖਸ਼ਿਸ਼ਾਂ ਲੈ ਕੇ ਭਗਤ ਧਰੂ ਜੀ ਆਪਣੇ ਨਗਰ ਨੂੰ ਆਏ ਹਨ। ਜਦੋਂ ਇਹਨਾਂ ਦੇ ਪਿਤਾ ਉਤਾਨਪਾਦ ਜੀ ਨੇ ਇਹਨਾਂ ਦਾ ਆਉਣ ਦੀ ਖਬਰ ਸੁਣੀ ਹੈ ਕਿ ਪੁੱਤਰ ਧਰੂ ਜੀ ਘਰ ਨੂੰ ਵਾਪਸ ਆ ਰਹੇ ਹਨ, ਅਮਿਤ ਭਇਓ ਮਨ ਮੈਂ ਹਰਿ ਖਾਵਨ। ਪਿਤਾ ਉਤਾਨਪਾਦ ਦੇ ਮਨ ਦੇ ਵਿੱਚ ਬੜੀ ਜ਼ਿਆਦੀ ਪ੍ਰਸੰਨਤਾ ਹੋਈ ਹੈ। ਜਿਨ ਦਿਜਵਰ ਸੁਧਿਆਨ ਸੁਨਾਈ। ਜਿਸ ਪੰਡਤ ਨੇ ਆ ਕੇ ਉਤਾਨਪਾਦ ਦੇ ਤਾਈਂ ਇਹ ਖਬਰ ਸੁਣਾਈ ਹੈ ਨਾ ਕਿ ਤੁਹਾਡਾ ਪੁੱਤਰ ਧਰੂ ਤਪ ਕਰਕੇ ਵਾਪਸ ਆ ਰਿਹਾ ਹੈ ਨਗਰੀ ਨੂੰ, ਉਸ ਪੰਡਤ ਦੇ ਤਾਈਂ ਪਟ ਭੂਖਣ ਰਥ ਦੀਨ ਬਨਾਈ। ਪਿਤਾ ਉਤਾਨਪਾਦ ਨੇ ਖੁਸ਼ ਹੋ ਕੇ ਉਹਨੂੰ ਰੇਸ਼ਮ ਦੇ ਬਸਤਰ ਰੱਥ ਜਿਹੜੇ ਸਨ ਉਹਦੇ ਸਤਕਾਰ ਵਜੋਂ ਸਨਮਾਨ ਵਜੋਂ ਦਿੱਤੇ। ਜਦੋਂ ਕੋਈ ਆ ਕੇ ਖੁਸ਼ੀ ਦੀ ਖਬਰ ਸੁਣਾਵੇ ਤੇ ਬੰਦਾ ਆਪਣੇ ਆਪ 'ਚ ਨਾ ਸਮਾਵੇ ਤੇ ਪ੍ਰਸੰਨ ਹੋ ਕਰਕੇ ਜੋ ਕੁਝ ਕੋਲ ਹੋਵੇ ਉਹਨੂੰ ਦੇਣ ਦੀ ਕਰਦਾ ਹੈ। ਇਸ ਤਰ੍ਹਾਂ ਉਤਾਨਪਾਦ ਦੇ ਤਾਈਂ ਬੜੀ ਖੁਸ਼ੀ ਸੀ ਕਿ ਮੇਰੇ ਤੋਂ ਭੁੱਲ ਹੋਈ ਤੇ ਮੇਰਾ ਪੁੱਤਰ ਘਰ ਛੱਡ ਕੇ ਚਲਾ ਗਿਆ। ਗਏ ਤਾਂ ਤਪ ਕਰਨ ਵਾਸਤੇ ਸੀ,
ਅੱਜ ਆ ਕੇ ਖਬਰ ਸੁਣਾਈ ਹੈ ਕਿ ਤੁਹਾਡਾ ਪੁੱਤਰ ਧਰੂ ਘਰ ਨੂੰ ਆ ਰਿਹਾ ਹੈ। ਪ੍ਰਸੰਨ ਹੋ ਕਰਕੇ ਉਸ ਦੇ ਤਾਈਂ ਬੜੇ ਜ਼ਿਆਦੇ ਬਸਤਰ, ਰੱਥ, ਗਹਿਣੇ ਦਿੱਤੇ ਹਨ। ਤਬ ਪੁਵਾਲ ਤਿਹ ਲੇ ਕਰ ਸੰਗਾ, ਉਹਨੇ ਰਾਜੇ ਪਾਸੋਂ ਇਹ ਸਾਰੀਆਂ ਵਸਤੂਆਂ ਲਈਆਂ ਹਨ। ਗਮਨਿਓ ਆਗੇ ਸਹਿਤਿ ਉਮੰਗਾ, ਬੜਾ ਉਤਸ਼ਾਹ ਉਸਨੇ ਮਾਣਿਆ, ਪ੍ਰਸੰਨ ਹੋ ਕੇ ਵਸਤੂਆਂ ਲੈ ਕੇ ਚਲਾ ਗਿਆ। ਦੁੰਦਬ ਬੀਣਾ ਪੀਰ ਵਜਾਈ, ਧੌਂਸੇ, ਤੂਤੀਆਂ, ਭੇਰੀਆਂ ਜਿਹੜੀਆਂ ਸਾਨੂੰ ਖੁਸ਼ੀ ਦੇ ਵਿੱਚ ਵਜਾਈਆਂ ਗਈਆਂ। ਵੇਦ ਪਾਠ ਦਿਜ ਕਰਤ ਸੁਹਾਈ, ਜਿਹੜੇ ਬ੍ਰਾਹਮਣ ਸਨ ਉਹ ਵੇਦਾਂ ਦੇ ਪਾਠੀ ਚੰਗੇ, ਜਿਹੜੇ ਸਨ ਉਹ ਵੇਦਾਂ ਦੇ ਪਾਠ ਕਰਨ ਲੱਗੇ। ਸਰੁਚ ਸੁਨੀਤੀ ਜੁਗ ਨ੍ਰਿਪ ਨਾਰੀ, ਜਦੋਂ ਰਾਜੇ ਉਤਾਨਪਾਦ ਦੀਆਂ ਦੋਨਾਂ ਰਾਣੀਆਂ ਨੇ ਖਬਰ ਸੁਣੀ ਹੈ ਕਿ ਸਾਡਾ ਪੁੱਤਰ ਘਰ ਨੂੰ ਆ ਰਿਹਾ ਹੈ, ਸੁਰੀਚੀ ਅਤੇ ਸੁਨੀਤੀ ਦੋਨੋਂ ਰਾਣੀਆਂ, ਸਿਵਕਾ ਪਰ ਚੜ ਚਲੀ ਅਗਾਰੀ, ਇਹ ਦੋਨੋਂ ਰਾਣੀਆਂ ਪਾਲਕੀ ਦੇ ਉੱਤੇ ਸਵਾਰ ਹੋ ਕੇ ਅੱਗੇ ਚੱਲੀਆਂ ਹਨ। ਨ੍ਰਿਪ ਸੁਤੇ ਉੱਤਮ ਲੋਕ ਵਿਸਾਲਾ, ਤੇ ਰਾਣੀ ਸੁਰੀਚੀ ਦਾ ਜਿਹੜਾ ਪੁੱਤਰ ਸੀ ਉੱਤਮ, ਉਸ ਨੇ ਵੀ ਆਪਣੇ ਨਾਲ ਨਗਰ ਦੇ ਲੋਕਾਂ ਨੂੰ ਲਿਆ ਹੈ। ਗਏ ਲੈਨ ਹਿਤ ਸਭ ਤਤਕਾਲਾ, ਅੱਗੋਂ ਧਰੂ ਜੀ ਨੂੰ ਲੈਣ ਵਾਸਤੇ ਨਾ, ਕਿਉਂਕਿ ਇਹ ਆਪਣੇ ਮਹਿਲਾਂ ਦੇ ਵਿੱਚ ਸਨ ਤੇ ਖਬਰ ਮਿਲੀ ਹੈ ਰਾਜੇ ਉਤਾਨਪਾਦ ਨੂੰ। ਉਤਾਨਪਾਦ ਰਾਜੇ ਨੇ ਛੇਤੀ ਨਾਲ ਤਿਆਰੀ ਕਰ ਲਈ, ਮੇਰਾ ਪੁੱਤਰ ਧਰੂ ਆ ਰਿਹਾ ਹੈ। ਦੋਵੇਂ ਇਹਦੀਆਂ ਰਾਣੀਆਂ ਪਾਲਕੀ ਤੇ ਚੜੀਆਂ ਹਨ। ਇਧਰੋਂ ਇਹਨਾਂ ਦਾ ਪੁੱਤਰ ਜਿਹੜਾ ਉੱਤਮ ਸੀ ਉਹ ਵੀ ਰੱਥ ਤੇ ਸਵਾਰ ਹੋਇਆ। ਨਗਰ ਦੇ ਜਿਹੜੇ ਲੋਕ ਸਨ ਬੜੇ ਉਤਸ਼ਾਹਿਤ ਹੋਏ ਹਨ ਕਿ ਰਾਜੇ ਉਤਾਨਪਾਦ ਦਾ ਪੁੱਤਰ ਧਰੂ ਲੰਮੇ ਸਮੇਂ ਬਾਅਦ ਘਰ ਨੂੰ ਆ ਰਿਹਾ ਹੈ ਤਪ ਕਰਕੇ। ਚਲੋ ਚੱਲ ਕੇ, ਕਈ ਤਾਂ ਚਾਅ ਦੇ ਨਾਲ ਕਹਿੰਦੇ ਨੇ ਕਿ ਚੱਲ ਕੇ ਭਗਤ ਦੇ ਦਰਸ਼ਨ ਕਰੀਏ, ਜਿਨ੍ਹਾਂ ਦੇ ਦਰਸ਼ਨ ਕੀਤੇ ਅੰਦਰ ਨੂੰ ਠੰਡ ਮਿਲ ਜਾਵੇ। ਸੋ ਬੜੇ ਚਾਵਾਂ ਦੇ ਨਾਲ ਲੈਣ ਵਾਸਤੇ ਚੱਲੇ ਹਨ। ਵਿਖਿਓ ਤਾਨ ਪਾਦ ਸੁਤ ਬਦਨਾ, ਜਦੋਂ ਅੱਗੇ ਜਾ ਕੇ ਨਗਰ ਤੋਂ ਬਾਰ-ਬਾਰ ਜਾ ਕੇ ਰਾਜੇ ਉਤਾਨਪਾਦ ਨੇ ਆਪਣੇ ਪੁੱਤਰ ਧਰੂ ਜੀ ਦਾ ਮੁਖ ਦੇਖਿਆ ਏ। ਕਮਲ ਪ੍ਰਫੁੱਲਿਤ ਜਿਉ ਸੁਖ ਸਦਨਾ, ਤੇ ਜਿਹੜਾ ਚਿਹਰਾ ਸੀ ਨਾ ਧਰੂ ਜੀ ਦਾ ਕਮਲ ਦੇ ਫੁੱਲ ਵਾਂਗੂ ਪ੍ਰਫੁੱਲਤ ਖਿੜਿਆ ਹੋਇਆ ਦਿਖਿਆ ਏ। ਭਾਵੇਂ ਲੰਮਾ ਸਮਾਂ ਧਰੂ ਜੀ ਬਾਹਰ ਰਹੇ ਨੇ, ਪਾਉਣ ਆਹਾਰੀ ਹੋ ਗਏ ਸਨ, ਨਾਮ ਦਾ ਹੀ ਭੋਜਨ ਕਰਦੇ ਨੇ, ਪਰ ਨਾਮ ਜਪਣ ਦੇ ਨਾਲ, ਪ੍ਰਭੂ ਦੀ ਭਗਤੀ ਕਰਨ ਦੇ ਨਾਲ ਜਿਹੜਾ ਸਰੂਪ ਸੀ ਇਹਨਾਂ ਦਾ ਉਹ ਬਹੁਤ ਜ਼ਿਆਦਾ ਪ੍ਰਭਾ ਵਾਲਾ, ਸ਼ੋਭਾ ਵਾਲਾ ਹੋ ਗਿਆ। ਬੜੀਆਂ ਲਾਲੀਆਂ ਜਿਹੜੀਆਂ ਸੀ ਉਹ ਚਿਹਰੇ ਤੋਂ ਭਖ ਰਹੀਆਂ ਸਨ। ਇੰਨੇ ਸਮੇਂ ਬਾਅਦ ਪਿਤਾ ਉਤਾਨਪਾਦ ਨੇ ਆਪਣੇ ਪੁੱਤਰ ਦਾ ਸਰੂਪ ਦੇਖਿਆ। ਸਰੂਪ ਇਹਨਾਂ ਦਾ ਕਮਲ ਦੇ ਫੁੱਲ ਵਾਂਗੂ ਖਿੜਿਆ ਹੋਇਆ ਹੈ। ਤਿਹ ਛਿਨ ਰਥ ਤੇ ਉਤਰ ਤੁਰੰਤਾ, ਉਸੇ ਵਕਤ ਰਾਜਾ ਉਤਾਨਪਾਦ ਆਪਣੇ ਰਥ ਤੋਂ ਥੱਲੇ ਉਤਰਿਆ ਹੈ। ਬੰਦਤ ਗਰ ਲਾਇਓ ਮਤਵੰਤਾ, ਸਭ ਤੋਂ ਪਹਿਲਾਂ ਤਾਂ ਸਿਆਣੇ ਚਤੁਰ ਰਾਜੇ ਉਤਾਨਪਾਦ ਨੇ ਨਮਸਕਾਰ ਕੀਤੀ। ਪਹਿਲਾਂ ਇਹ ਨਹੀਂ ਦੇਖਿਆ ਕਿ ਮੇਰਾ ਪੁੱਤਰ ਹੈ, ਕੰਠ ਦੇ ਨਾਲ, ਗਲ ਦੇ ਨਾਲ ਬਾਅਦ ਵਿੱਚ ਲਾਇਆ ਹੈ ਕਿ ਲੰਮੇ ਸਮੇਂ ਬਾਅਦ ਤੂੰ ਤਪ ਕਰਕੇ ਘਰੇ ਆਇਆ, ਤੂੰ ਭਗਤ ਹੈ ਤੇ ਤੂੰ ਧਨ ਹੈ। ਪਹਿਲਾਂ ਨਮਸਕਾਰ ਕਰਦੇ ਨੇ, ਫਿਰ ਆਪਣੇ ਗਲ ਦੇ ਨਾਲ ਲਾ ਲਿਆ। ਬਿਹਬਲ ਹੋਈ ਉਤਕੰਠਾ ਪੂਰੀ, ਗਲ ਦੇ ਨਾਲ ਲਾ ਕੇ ਨਾ ਆਪਣੇ ਪੁੱਤਰ ਧਰੂ ਜੀ ਨੂੰ, ਤੇ ਜਿਹੜਾ ਪਿਤਾ ਉਤਾਨਪਾਦ ਸੀ ਬਹੁਤਾ ਬੇਬਲ ਹੋ ਗਿਆ। ਕੀਨ ਅਲਿੰਗਨ ਗਰ ਰਹਿ ਪੂਰੀ, ਛਾਤੀ ਦੇ ਨਾਲ ਲਾਇਆ ਹੋਇਆ ਆਪਣੇ ਪੁੱਤਰ ਨੂੰ, ਤੇ ਇਹਦਾ ਕੰਠ ਜਿਹੜਾ ਸੀ ਉਹ ਰੁਕ ਗਿਆ ਖੁਸ਼ੀ ਦੇ ਨਾਲ। ਮਸਤਕ ਚੂਮਤ ਕਹਿ ਕੋ ਫੇਰਤ, ਜਦੋਂ ਬਹੁਤੀ ਖੁਸ਼ੀ ਹੋਵੇ ਤੇ ਬੰਦੇ ਕੋਲ ਗੱਲ ਵੀ ਨਹੀਂ ਹੁੰਦੀ, ਮੂੰਹ ਚੋਂ ਕੋਈ ਸ਼ਬਦ ਨਹੀਂ ਨਿਕਲਦੇ। ਇਸੇ ਤਰ੍ਹਾਂ ਰਾਜੇ ਉਤਾਨਪਾਦ ਦਾ ਕੰਠ ਭਰ ਆਇਆ। ਆਪਣੇ ਪੁੱਤਰ ਧਰੂ ਦਾ ਮਸਤਕ ਚੁੰਮਦੇ ਹਨ, ਆਪਣੇ ਪੁੱਤਰ ਧਰੂ ਦੇ ਸਿਰ ਤੇ ਹੱਥ ਫੇਰਦੇ ਨੇ। ਲੋਚਨ ਤੇ ਆਸੁਨ ਕੋ ਗੀਰਤ, ਤੇ ਖੁਸ਼ੀ ਦੇ ਨਾਲ ਗਲ ਭਰਿਆ ਤੇ ਨੇਤਰਾਂ ਰਾਹੀਂ ਉਹ ਖੁਸ਼ੀ ਬਾਹਰ ਆ ਰਹੀ ਹੈ। ਨੇਤਰ ਵੀ ਜਿਹੜੇ ਸਨ ਉਹ ਸੇਜਲ ਹੋ ਗਏ। 300 ਸੁਤ ਕੋ ਮਨੁ ਨਵਾਲਨਾ, ਮਾਨੋ ਕਿ ਆਪਣੇ ਨੇਤਰਾਂ ਦੇ ਹੰਝੂਆਂ ਦੇ ਨਾਲ ਆਪਣੇ ਪੁੱਤਰ ਨੂੰ, ਧਰੂ ਨੂੰ ਨੁਹਾ ਦਿੱਤਾ ਹੋਵੇ। ਮధుਰ ਬਚਨ ਕਹਿ ਬਹੁ ਸਨਮਾਨਾ, ਫਿਰ ਥੋੜਾ ਧੀਰਜ ਰੱਖਿਆ ਤੇ ਬੜੇ ਮਿੱਠੇ ਬਚਨ, ਬੜੇ ਪਿਆਰੇ ਬਚਨਾਂ ਦੇ ਨਾਲ ਆਪਣੇ ਪੁੱਤਰ ਧਰੂ ਜੀ ਦਾ ਸਨਮਾਨ ਕੀਤਾ। ਪੁਨ ਦੋ ਮਾਤ ਮਿਲੀ ਤੇ ਆਈ, ਦੋਵੇਂ ਮਾਤਾਵਾਂ ਜਿਹੜੀ ਮਤਰਈ ਸੀ, ਪਹਿਲਾਂ ਭਾਵੇਂ ਈਰਖਾ ਕਰਦੀ ਸੀ, ਪਰ ਹੁਣ ਤਪ ਕਰਕੇ, ਭਗਤੀ ਕਰਕੇ ਸਾਰੇ ਸੁਖੀ ਜਿਹੜੇ ਹਨ ਉਹ ਨਾਮ ਦੇ ਵਿੱਚ ਹਨ। ਆਪਾਂ ਕਹਿੰਦੇ ਆ ਕਿ ਫਲਾਣਾ ਈਰਖਾ ਬੜਾ ਕਰਦਾ ਹੈ, ਪਰ ਉਹਦਾ ਆਪਣਾ ਸੁਭਾਅ ਹੈ। ਪਰ ਜਿਹੜੇ ਭਗਤ ਜਨ ਹਨ, ਕਮਾਈ ਵਾਲੇ ਨੇ, ਉਹ ਇਸੇ ਤਰ੍ਹਾਂ ਉਹਦੇ ਨਾਲ ਵੀ ਈਰਖਾ ਨਹੀਂ ਕਰਨ ਲੱਗ ਪੈਂਦੇ, ਸਗੋਂ ਨਾਮ ਜਪ ਕੇ, ਭਗਤੀ ਕਰਕੇ, ਸਿਮਰਨ ਕਰਕੇ ਉਹਦੇ ਅੰਦਰ ਦਾ ਸੁਭਾਅ ਬਦਲ ਦਿੰਦੇ ਨੇ। ਇਸੇ ਤਰ੍ਹਾਂ ਜਿਹੜੀ ਸੁਰੀਚੀ ਸੀ
ਉਹਦਾ ਅੰਦਰ ਵੀ ਬਦਲ ਗਿਆ ਤੇ ਬੜੇ ਪਿਆਰ ਦੇ ਨਾਲ ਪੁੱਤਰ ਨੂੰ ਮਿਲਣ ਵਾਸਤੇ ਆਈ। ਤੇ ਮਾਤਾ ਸੁਨੀਤੀ ਦੋਨੇ ਰਾਣੀਆਂ ਰਾਜੇ ਉਤਾਨਪਾਦ ਦੀਆਂ, ਧਰੂ ਜੀ ਦੀਆਂ ਦੋਵੇਂ ਮਾਤਾਵਾਂ ਬੜੇ ਪਿਆਰ ਨਾਲ ਮਿਲੀਆਂ ਹਨ। ਪੁਨ ਦੋ ਮਾਤ ਮਿਲੀ ਤੇ ਆਈ, ਧਰੂਵ ਬੰਧਨ ਕੀਨੀ ਸਿਰ ਨਿਆਈ। ਧਰੂ ਜੀ ਦੇ ਮਨ ਵਿੱਚ ਵੀ ਕੋਈ ਈਰਖਾ ਨਹੀਂ, ਕਿਉਂਕਿ ਬ੍ਰਹਮ ਗਿਆਨੀ ਮਨ ਵਿੱਚ ਕਿਸੇ ਨਾਲ ਕੋਈ ਦਵੈਸ਼ ਰੱਖਦੇ ਹੀ ਨਹੀਂ। ਜੇ ਮਨ ਵਿੱਚ ਈਰਖਾ ਹੈ, ਦਵੈਸ਼ ਹੈ, ਤੇ ਫਿਰ ਹਲੇ ਤੱਕ ਉਹ ਪੂਰਾ ਨਹੀਂ। ਧਰੂ ਜੀ ਦੇ ਮਨ ਵਿੱਚ ਕਿਸੇ ਪ੍ਰਤੀ ਕੋਈ ਈਰਖਾ ਨਹੀਂ ਸੀ ਕਿ ਮਾਤਾ ਨੇ ਮੈਨੂੰ ਬਾਹੋਂ ਫੜ ਕੇ ਠਾਇਆ ਤੇ ਮੈਂ ਇੰਨਾ ਲੰਮਾ ਸਮਾਂ ਬਾਹਰ ਬਤੀਤ ਕੀਤਾ ਹੈ, ਨਹੀਂ। ਭਗਤੀ ਕਰਕੇ ਸਿਮਰਨ ਕਰਕੇ ਅੰਦਰ ਇੰਨਾ ਨਿਰਮਲ ਹੋਇਆ। ਦੋਵੇਂ ਮਾਤਾਵਾਂ ਦੇ ਤਾਈਂ ਨਮਸਕਾਰ ਕੀਤੀ ਹੈ ਧਰੂ ਜੀ ਨੇ। ਚਿਰੰਜੀਵ ਦੇ ਆਸ਼ਿਕ ਤਬ ਹੀ, ਮਾਤਾਵਾਂ ਨੇ ਅਸੀਸਾਂ ਦਿੱਤੀਆਂ ਹਨ, ਪੁੱਤਰ ਤੇਰੀ ਲੰਬੀ ਉਮਰ ਹੋਵੇ। ਘਰ ਸੋ ਲਾਏ ਪਾਏ ਸੁਖ ਤਬ ਹੀ। ਬੜੇ ਪਿਆਰ ਦੇ ਨਾਲ ਮਾਤਾਵਾਂ ਨੇ ਪੁੱਤਰ ਧਰੂ ਨੂੰ ਕੰਠ ਦੇ ਨਾਲ ਗਲ ਦੇ ਨਾਲ ਲਾ ਕੇ ਸੁਖ ਪ੍ਰਾਪਤ ਕੀਤਾ ਹੈ। ਉੱਤਮ ਪ੍ਰਾਤ ਮਿਲਿਓ ਤਬ ਘਰ ਸੋ। ਜਿਹੜਾ ਮਾਤਾ ਸੁਰੀਚੀ ਦਾ ਪੁੱਤਰ ਉੱਤਮ ਸੀ, ਉਹ ਵੀ ਧਰੂ ਜੀ ਦੇ ਗਲ ਲਾ ਕੇ ਮਿਲਿਆ ਹੈ। ਪ੍ਰੇਮ ਵਿਸਾਲ ਪਰਿਓ ਸੁਭ ਉਰਸੋ। ਸਾਰਿਆਂ ਦੇ ਹਿਰਦੇ ਪਿਆਰ ਦੇ ਨਾਲ, ਸੋਹਣੇ ਪ੍ਰੇਮ ਦੇ ਨਾਲ ਭਰ ਗਏ ਹਨ। ਕਰਨੀ ਪਰ ਚੜਾਏ ਸੁਤ ਦੋ। ਦੋਵੇਂ ਪੁੱਤਰ ਉੱਤਮ ਅਤੇ ਧਰੂ ਜੀ ਦੇ ਤਾਈਂ ਇਹਨਾਂ ਨੂੰ ਹਾਥੀ ਦੇ ਉੱਤੇ ਚੜਾ ਲਿਆ ਰਾਜੇ ਨੇ। ਪੁਰਿਆਇਓ ਅਤਿ ਉਤਸਵ ਹੋਈ। ਨਗਰ ਦੇ ਵਿੱਚ ਲੈ ਆਏ ਧਰੂ ਜੀ ਨੂੰ ਤੇ ਸਾਰਾ ਨਗਰ ਬੜਾ ਉਤਸ਼ਾਹ ਮਨਾ ਰਿਹਾ ਸੀ। ਭੂਪਤ ਪਠ ਨਾਰੇ ਉਚਰੇ ਬਚਨਾ। ਧਰੂ ਜੀ ਦੇ ਨਗਰ ਵਿੱਚ ਆਉਣ ਤੋਂ ਪਹਿਲਾਂ ਹੀ ਨਾ ਰਾਜੇ ਉਤਾਨਪਾਦ ਨੇ ਪਹਿਲਾਂ ਕੁਝ ਮਨੁੱਖ ਭੇਜੇ ਹਨ। ਦਰ ਦਰ ਪ੍ਰਤ ਕੀ ਜੈ ਸੁਠ ਰਚਨਾ। ਸਾਰੇ ਲੋਕਾਂ ਨੂੰ ਕਿਹਾ ਹੈ ਕਿ ਆਪਣੇ ਘਰਾਂ ਦੇ ਬਾਹਰ ਕੇਲਿਆਂ ਦੇ ਜਿਹੜੇ ਖੰਭੇ ਹਨ ਉਹ ਲਾਏ ਜਾਣ। ਸਭ ਹਿਨ ਕਦਲੀ ਖੰਭ ਲਗਾਏ। ਸਾਰਿਆਂ ਨੇ ਇਸੇ ਤਰ੍ਹਾਂ ਕੀਤਾ। ਕੇਲਿਆਂ ਦੇ ਜਿਹੜੇ ਖੰਭੇ ਸਨ ਉਹ ਆਪਣੇ ਘਰਾਂ ਦੇ ਬਾਹਰ ਸਜਾਵਟ ਲਈ ਲਾਏ ਗਏ। ਮੁਕਤਾ ਤੋਰਨ ਦਰ ਬੰਦਵਾਈ। ਫਿਰ ਕੇਲਿਆਂ ਦੇ ਜਿਹੜੇ ਪੱਤੇ ਹੁੰਦੇ ਨੇ, ਉਹ ਪੱਤੇ ਜਿਹੜੇ ਸਨ ਉਹ ਆਪਣੇ ਦਰਵਾਜ਼ਿਆਂ ਦੇ ਬਾਹਰ ਬੰਨੇ ਗਏ। ਇਉਂ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀਆਂ ਗਲੀਆਂ, ਬਾਜ਼ਾਰ, ਘਰ ਜਿਹੜੇ ਸਨ ਉਹ ਸਜਾ ਲਏ ਹਨ। ਕੁੰਕਮ ਲੀਪ ਕੁੰਭ ਪਰ ਪਾਣੀ। ਕੇਸਰ ਦਾ ਲੇਪਨ ਕੀਤਾ ਹੈ, ਘੜਿਆਂ ਦੇ ਵਿੱਚ ਪਾਣੀ ਭਰਿਆ। ਚੰਦਨ ਗੰਧ ਗਰੀ ਸ਼ਿਰਕਾਨੀ। ਉਹਨਾਂ ਘੜਿਆਂ ਵਿੱਚ ਪਾਣੀ ਭਰ ਕੇ ਚੰਦਨ ਮਿਲਾਇਆ ਤੇ ਉਹਨਾਂ ਦਾ ਛਿੜਕਾਅ ਜਿਹੜਾ ਸੀ ਉਹ ਗਲੀਆਂ ਦੇ ਵਿੱਚ ਕੀਤਾ ਗਿਆ। ਕੰਚਨ ਥਾਰ ਬਾਰ ਵਿੱਚ ਦੀਪਾ। ਕੰਚਨ ਸੋਨੇ ਦੇ ਥਾਲ ਲਏ ਤੇ ਉਹਨਾਂ ਥਾਲਾਂ ਦੇ ਵਿੱਚ ਦੀਵੇ ਬਾਲੇ ਗਏ। ਦੁਆਰ ਦਿਖਾਏ ਖਰੀ ਅਵਨੀਪਾ। ਇਸਤਰੀਆਂ ਆਪਣੇ ਘਰ ਦੇ ਬਾਹਰ ਖੜੀਆਂ ਹੋ ਕਰਕੇ ਤੇ ਧਰੂ ਜੀ ਦੇ ਸਤਕਾਰ ਵਾਸਤੇ ਹੱਥਾਂ ਵਿੱਚ ਥਾਲਾਂ ਵਿੱਚ ਦੀਵੇ ਲੈ ਕਰਕੇ ਖਲੋਤੀਆਂ ਹਨ। ਗਾਵੇ ਗੀਤ ਮਿਲੀ ਪਿਕ ਬੈਨੀ। ਸਾਰੀਆਂ ਮਿਲ ਕੇ ਸੋ ਮਿੱਠੀ ਆਵਾਜ਼ ਦੇ ਨਾਲ ਸੁੰਦਰ ਗੀਤ ਗਾ ਰਹੀਆਂ ਨੇ। ਭਾਂਤ ਭਾਂਤ ਕੇ ਖੰਜਨ ਨੈਣੀ। ਤਰ੍ਹਾਂ ਤਰ੍ਹਾਂ ਦੇ ਖੁਸ਼ੀ ਦੇ ਗੀਤ ਗਾ ਕੇ ਧਰੂ ਜੀ ਦਾ, ਭਗਤ ਜੀ ਦਾ ਸਤਿਕਾਰ ਕਰਦੀਆਂ ਹਨ। ਸੁਨਤ ਉਤਾਨ ਪਾਦ ਗ੍ਰਹਿ ਗਵਨਾ। ਸਾਰਿਆਂ ਦੇ ਇਸ ਤਰ੍ਹਾਂ ਸੁਣ ਕੇ ਤੇ ਧਰੂ ਦੇ ਪਿਤਾ ਉਤਾਨਪਾਦ ਜੀ ਧਰੂ ਜੀ ਨੂੰ ਲੈ ਕੇ ਆਪਣੇ ਮਹਿਲਾਂ ਵਿੱਚ ਆ ਗਏ। ਕੰਚਨ ਮਨ ਜਟਤੀ ਜਹ ਰਵਨਾ। ਜਿਹੜੇ ਮਹਿਲ ਜਿਹੜੇ ਸਨ ਉਹ ਕੰਚਨ ਸੋਨੇ ਦੀਆਂ ਮਣੀਆਂ ਦੇ ਨਾਲ ਜੜੇ ਹੋਏ ਸਨ, ਬੜੇ ਹੀ ਸੁੰਦਰ। ਅਟਾ ਫਟਕ ਕੀ ਹਾਟਕ ਕਲਸਾ। ਅਟਾਰੀਆਂ ਬਲੌਰ ਦੀਆਂ ਸਨ ਤੇ ਕਲਸ ਜਿਹੜੇ ਸੋਨੇ ਦੇ ਬਣੇ ਸਨ। ਬੀਚ ਬਿਤਾਨ ਤਨਿਓ ਤਹਿ ਭਲਸਾ। ਜਿੱਥੇ ਆਪ ਬੈਠਦਾ ਸੀ ਬੜਾ ਸੁੰਦਰ ਚੰਦੂਆ ਉੱਤੇ ਤਣਿਆ ਹੋਇਆ ਸੀ। ਢੀਠਾਂ ਬੈਠ ਤਬੈ ਭੁਪਾਲਾ। ਉਸ ਆਪਣੇ ਆਸਣ ਤੇ ਜਾ ਕੇ ਜਿਹੜਾ ਰਾਜਾ ਉਤਾਨਪਾਦ ਬੈਠ ਗਿਆ। ਸੁਤੇ ਬਿਲੋ ਕਿਉ ਸੁਮਤ ਵਿਸਾਲਾ। ਆਪਣੇ ਪੁੱਤਰ ਨੂੰ ਸ਼੍ਰੇਸ਼ਟ ਮਤ ਵਾਲੇ ਨੂੰ ਧਰੂ ਜੀ ਨੂੰ ਦੇਖਿਆ ਹੈ। ਕਾਰਿ ਉਤਸ਼ਾਹ ਦੀਨ ਸਭ ਰਾਜੂ। ਬੜਾ ਉਤਸ਼ਾਹ ਕੀਤਾ। ਸਾਰੇ ਲੋਕ ਅੱਜ ਮਹਿਲਾਂ ਦੇ ਅੰਦਰ ਆਏ ਨੇ। ਸਾਰੇ ਨਗਰ ਨੇ ਧਰੂ ਜੀ ਦੇ ਆਉਣ ਦੇ ਵਿੱਚ ਸਵਾਗਤ ਕੀਤਾ, ਖੁਸ਼ੀਆਂ ਮਨਾਈਆਂ ਚਾਵਾਂ ਦੇ ਨਾਲ। ਤੇ ਧਰੂ ਦੇ ਪਿਤਾ ਉਤਾਨਪਾਦ ਨੇ ਪ੍ਰਸੰਨ ਹੋ ਕੇ ਨਾ ਅੱਜ ਆਪਣਾ ਜਿਹੜਾ ਸਾਰਾ ਰਾਜ ਭਾਗ ਸੀ ਉਹ ਆਪਣੇ ਪੁੱਤਰ ਧਰੂ ਜੀ ਨੂੰ ਦੇ ਦਿੱਤਾ ਹੈ। ਕਿਹੜੀ ਵਸਤੂ ਦੀ ਕਮੀ ਰਹਿ ਜਾਂਦੀ ਹੈ? ਇੱਥੇ ਤਾਂ ਲੋਕ ਇੱਕ ਦੂਜੇ ਨਾਲ ਈਰਖਾ ਵਸ ਹੋ ਕੇ, ਲੜ ਕੇ, ਝਗੜ ਕੇ ਇੱਕ ਦੂਜੇ ਤੋਂ ਰਾਜ ਖੋਹਦੇ ਹਨ ਕਿ ਵਸਤੂ ਮੇਰੀ ਹੈ, ਇਹ ਮੇਰੀ। ਜਿਹੜੀ ਵਸਤੂ ਭਾਗਾਂ ਦੇ ਵਿੱਚ ਹੋਵੇ ਉਹ ਤਾਂ ਸੁੱਤੇ ਸਿੱਧੀ ਪਰਮਾਤਮਾ ਝੋਲੀ ਵਿੱਚ ਪਾ ਦਿੰਦੇ। ਫਿਰ ਕਿਹੜੀ ਵਸਤੂ ਰਹਿ ਜਾਂਦੀ ਹੈ? ਗੁਰ ਸੇਵਾ ਕਿੰਗ ਨਾ ਲੱਭੇ। ਅਤੇ ਮਹਾਰਾਜ ਕਹਿੰਦੇ ਨੇ ਕਿ ਗੁਰੂ ਦੀ ਸੇਵਾ ਕੀਤਿਆਂ ਦੱਸੋ ਖਾਂ ਕੀ ਨਹੀਂ ਮਿਲਦਾ। ਪਾਛੰ ਕਰੋ ਤਗਰਣੀ ਵਹਿ ਨਿਰਾਸੰਗਾਸ ਪੂਰਨ। ਨਿਰਧਨ ਭੈੰ ਤਨਵੰਤ ਹੈ ਰੋਗੀਆਂ ਰੋਗ ਖੰਡਨ। ਭਗਤਿਅੰ ਭਗਤ ਦਾਨੈ
ਆਰਾਮ ਨਾਮ ਗੁਣ ਕੀਰਤਨੈ, ਪਾਰ ਬ੍ਰਹਮ ਪੁਰਖ ਦਾਤਾਰੈ, ਨਾਨਕ ਗੁਰ ਸੇਵਾ ਕਿੰਗ ਨ ਲੱਭਿਅਤੇ। ਕੀ ਨਹੀਂ ਮਿਲਦਾ? ਸਭ ਕੁਝ ਉਹ ਪਰਮਾਤਮਾ ਝੋਲੀ ਵਿੱਚ ਪਾ ਦਿੰਦੇ ਨੇ। ਕੇਵਲ ਮਿਲਦਾ ਤੇ ਸਭ ਕੁਝ ਹੈ, ਪਰ ਭਰੋਸਾ ਹੋਵੇ, ਭਾਵਨਾ ਹੋਵੇ, ਸ਼ਰਧਾ ਹੋਵੇ, ਜਿਨ੍ਹਾਂ ਦੇ ਹਿਰਦੇ ਨਾਮ ਦੇ ਨਾਲ ਭਰੇ ਹੋਏ ਹਨ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਉਹ ਰਾਜ ਭਾਗ ਜਿਹੜੀ ਸੁਰੀਚੀ ਕਹਿੰਦੀ ਸੀ ਕਿ ਮੇਰਾ ਪੁੱਤਰ ਇਹਦਾ ਹਿੱਸੇਦਾਰ ਹੋਵੇਗਾ ਉੱਤਮ, ਪਰ ਅੱਜ ਪ੍ਰਸੰਨ ਹੋ ਕੇ ਰਾਜੇ ਉਤਾਨਪਾਦ ਨੇ ਉਸੇ ਰਾਜ ਸਿੰਘਾਸਨ ਦੇ ਉੱਤੇ ਆਪਣੇ ਪੁੱਤਰ ਧਰੂ ਜੀ ਨੂੰ ਬਿਠਾ ਦਿੱਤਾ ਹੈ। ਪ੍ਰਜਾ ਮਿਲਾਈ ਸਰਬ ਸਮਾਜੂ, ਸਾਰਾ ਸਾਜੋ ਸਮਾਨ ਜਿਹੜਾ ਸੀ ਉਹ ਧਰੂ ਦੇ ਹਵਾਲੇ ਕੀਤਾ। ਸਾਰੀ ਜਿਹੜੀ ਪ੍ਰਜਾ ਸੀ ਉਹ ਇਹਨਾਂ ਦੇ ਅਧੀਨ ਕਰ ਦਿੱਤੀ। ਆਪਣੀ ਬੈਸ ਬ੍ਰਿਧ ਕੋ ਦੇਖੀ, ਆਪਣੀ ਜਿਹੜੀ ਉਮਰ ਸੀ ਉਹ ਧਰੂ ਦੇ ਪਿਤਾ ਉਤਾਨਪਾਦ ਨੇ ਬਜ਼ੁਰਗ ਦੇਖੀ ਹੈ। ਗਮਨਿਓ ਤਪ ਹਿਤ ਬਨੇ ਬਸ਼ੇਖੀ, ਆਪ ਤਪ ਕਰਨ ਵਾਸਤੇ ਉਤਾਨਪਾਦ ਜਿਹੜਾ ਸੀ ਉਹ ਬਨ ਨੂੰ ਚਲਾ ਗਿਆ। ਪਾਛੇ ਰਾਜ ਕਰਨ ਧਰੁਵ ਲਾਗਾ, ਇਸ ਤੋਂ ਪਿੱਛੋਂ ਧਰੂ ਜੀ ਰਾਜ ਸਿੰਘਾਸਨ ਤੇ ਬੈਠ ਕੇ ਰਾਜ ਕਰਨ ਲੱਗੇ। ਜੋ ਸ੍ਰੀ ਬਿਸ਼ਨ ਭਗਤ ਵੱਡ ਪਾਗਾ, ਜਿਹੜੇ ਵੱਡ ਭਾਗੇ ਪ੍ਰਭੂ ਦੇ ਭਗਤ ਸਨ। ਜੋ ਸਿਸੁਮਾਰ ਪ੍ਰਜਾਪਤ ਆਹੀ, ਫੇਰ ਇੱਕ ਪ੍ਰਜਾਪਤੀ ਰਾਜਾ ਸੀ ਜਿਸ ਦਾ ਨਾਮ ਸੀ ਸਿਸੁਮਾਰ। ਭ੍ਰਮੀ ਨਾਮ ਤੇ ਸੁਤਾ ਵਿਆਹੀ, ਤੇ ਸਿਸੁਮਾਰ ਪ੍ਰਜਾਪਤੀ ਰਾਜੇ ਦੀ ਧੀ ਸੀ ਭ੍ਰਮੀ, ਤੇ ਉਸ ਰਾਜੇ ਨੇ ਆਪਣੀ ਪੁੱਤਰੀ ਭ੍ਰਮੀ ਦਾ ਜਿਹੜਾ ਵਿਆਹ ਸੀ ਉਹ ਭਗਤ ਧਰੂ ਜੀ ਦੇ ਨਾਲ ਕਰਾਇਆ ਹੈ। ਤਿਹ ਤੇ ਧਰੁਵ ਦਵੈ ਸੁਤ ਉਪਜਾਏ, ਤੇ ਇਸ ਭਗਤ ਧਰੂ ਜੀ ਦੇ ਘਰ ਦੋ ਪੁੱਤਰ ਹੋਏ ਨੇ। ਇਹਨਾਂ ਦੀ ਘਰਵਾਲੀ ਦਾ ਨਾਮ ਸੀ ਭ੍ਰਮੀ, ਉਹਦੇ ਅੱਗੇ ਦੋ ਪੁੱਤਰ ਜਨਮੇ ਹਨ। ਵਤਸਰ ਕਲਪੰ ਨਾਮ ਰਖਾਏ, ਤੇ ਦੋਵੇਂ ਪੁੱਤਰਾਂ ਦੇ ਨਾਮ ਸਨ, ਇੱਕ ਦਾ ਵਤਸਰ ਤੇ ਦੂਜੇ ਦਾ ਨਾਮ ਸੀ ਕਲਪੰ। ਇਹ ਦੋ ਧਰੂ ਜੀ ਦੇ ਪੁੱਤਰ ਹੋਏ ਹਨ। ਉੱਤਮ ਨਾਮ ਪ੍ਰਾਤਿਕ ਕਾਲਾ, ਜਿਹੜਾ ਇਹਨਾਂ ਦਾ ਭਰਾ ਸੀ ਮਤਰਈ ਮਾਂ ਸੁਰੀਚੀ ਦਾ ਪੁੱਤਰ, ਉਹ ਇਹਨਾਂ ਦਾ ਭਰਾ ਉੱਤਮ ਇੱਕ ਸਮੇਂ ਮਿਰਗਿਆ ਹਿਤ ਬਨ ਗਇਓ ਵਿਸਾਲਾ, ਇਹ ਬਨ ਦੇ ਵਿੱਚ ਜੰਗਲ ਦੇ ਵਿੱਚ ਇੱਕ ਹਿਰਨ ਨੇ ਦੇਖਿਆ ਤੇ ਉਸ ਦੇ ਪਿੱਛੇ ਸ਼ਿਕਾਰ ਲਈ ਚਲਾ ਗਿਆ। ਜਛਨ ਸੰਗ ਪਇਓ ਰਨ ਭਾਰੀ, ਤੇ ਉੱਥੇ ਜਾ ਕੇ ਜਿਹੜੇ ਜਕਛ ਸਨ ਸੋ ਉਹਨਾਂ ਦੇ ਨਾਲ ਇਹਦੇ ਭਰਾ ਉੱਤਮ ਦਾ ਜਿਹੜਾ ਸੀ ਉਹ ਜੰਗ ਹੋਇਆ। ਲਗੇ ਸ਼ਸਤਰ ਉੱਤਮ ਗਇਓ ਮਾਰੀ, ਤੇ ਉਹ ਜਕਛਾਂ ਦੇ ਨਾਲ ਇਹਦੀ ਲੜਾਈ ਹੋਈ। ਜਿਹੜੇ ਜੰਗਲ ਦੇ ਵਿੱਚ ਰਹਿੰਦੇ ਸਨ, ਜਿਨ੍ਹਾਂ ਦਾ ਗੁਰੂ ਕੁਬੇਰ ਦੇਵਤਾ ਮੰਨਿਆ ਹੈ, ਉਹ ਜੱਛ ਜਿਹੜੇ ਸਨ ਉੱਤਮ ਦੇ ਨਾਲ ਉਹਨਾਂ ਦਾ ਜੰਗ ਹੋਇਆ। ਸ਼ਸਤਰ ਲੱਗਣ ਕਰਕੇ ਇਹਨਾਂ ਦਾ ਭਰਾ ਜਿਹੜਾ ਉੱਤਮ ਸੀ ਉਹ ਮਾਰਿਆ ਗਿਆ। ਹਿਤ ਖੋਜਨ ਗਵਨੀ ਤਿਹ ਮਾਈ, ਤੇ ਉਸ ਨੂੰ ਲੱਭਣ ਵਾਸਤੇ ਇਹਦੀ ਜਿਹੜੀ ਮਤਰਈ ਮਾਂ ਸੀ ਧਰੂ ਦੀ ਸੁਰੀਚੀ ਆਪਣੇ ਪੁੱਤਰ ਨੂੰ ਲੱਭਣ ਵਾਸਤੇ ਜੰਗਲ ਚ ਗਈ ਹੈ। ਜਰੀ ਸੋ ਦਾਵਾ ਨਲ ਇਕ ਥਾਈ, ਤੇ ਦਾਵਾ ਨਾਲ ਕਹਿੰਦੇ ਜਿਹੜੀ ਜੰਗਲਾਂ ਦੇ ਵਿੱਚ ਬ੍ਰਿਕਸ਼ਾਂ ਦੇ ਆਪਸ ਵਿੱਚ ਟਕਰਾਉਣ ਦੇ ਨਾਲ ਅੱਗ ਨਿਕਲਦੀ ਹੈ ਨਾ, ਉਸ ਅੱਗ ਦੇ ਵਿੱਚ ਇਹਦੀ ਜਿਹੜੀ ਮਤਰਈ ਮਾਂ ਸੀ ਸੁਰੀਚੀ ਉੱਤਮ ਦੀ ਮਾਂ ਆਪਣੇ ਪੁੱਤਰ ਨੂੰ ਲੱਭਣ ਗਈ ਤੇ ਜੰਗਲ ਵਿੱਚ ਹੀ ਅੱਗ ਦੇ ਨਾਲ ਸੜ ਕੇ ਖਤਮ ਹੋ ਗਈ। ਭਰਾਤਾ ਅੰਮ੍ਰਿਤ ਸੁਨੀ ਧਰੁਵ ਕਾਨਾ, ਜਿਸ ਵੇਲੇ ਧਰੂ ਜੀ ਨੇ ਆਪਣੇ ਭਰਾ ਦੀ ਮੌਤ ਬਾਰੇ ਸੁਣਿਆ ਹੈ, ਜਗਿਓ ਰੋਸ ਹਿਰਦੇ ਦੁਖ ਮਾਨਾ, ਇਹ ਰਾਜੇ ਵੀ ਸਨ ਤੇ ਭਗਤ ਵੀ ਸਨ ਤੇ ਹੁਣ ਰਾਜ ਗੱਦੀ ਤੇ ਬੈਠੇ ਹੋਏ ਨੇ। ਸੁਣਿਆ ਹੈ ਕਿ ਮੇਰੇ ਭਰਾ ਉੱਤਮ ਨੂੰ ਜਗਛਾਂ ਨੇ ਜੰਗ ਕਰਕੇ ਖਤਮ ਕੀਤਾ ਹੈ ਤੇ ਇਹਨਾਂ ਦੇ ਮਨ ਵਿੱਚ ਬਹੁਤਾ ਬੀਰ ਰਸ ਜਾਗਿਆ। ਹਾਂਜੀ, ਜਗ ਵਿਜਈ ਰਥ ਚੜਤ ਸਿਧਾਇਓ, ਜਗ ਜਿੱਤਣ ਵਾਸਤੇ ਇਹਨਾਂ ਜਕਸ਼ਾਂ ਨੂੰ ਜਿੱਤਣ ਵਾਸਤੇ ਧਰੂ ਜੀ ਰਥ ਦੇ ਉੱਤੇ ਚੜ ਕੇ ਚੱਲ ਪਏ ਹਨ। ਉੱਤਮ ਦਿਸ਼ਾ ਵਿਖੈ ਚਲ ਆਇਓ, ਉੱਤਰ ਦੀ ਦਿਸ਼ਾ ਵੱਲ ਚੜ ਕੇ ਗਏ ਹਨ। ਅਲਕਾਪੁਰੀ ਸਮੀਪ ਪਿਆਨਾ, ਤੇ ਅਲਕਾਪੁਰੀ ਇਹ ਨਗਰੀ ਦਾ ਨਾਮ ਹੈ। ਕੁਬੀਰ ਜਿਹੜਾ ਕੁਬੇਰ ਹੈ ਉਹ ਇਸ ਨਗਰੀ ਦਾ ਰਾਜਾ ਹੈ ਤੇ ਕੁਬੇਰ ਇੱਕ ਦੇਵਤੇ ਦਾ ਨਾਮ ਮੰਨਿਆ ਜਿਸ ਦੀਆਂ ਅੱਗੇ ਫੌਜਾਂ ਦਾ ਨਾਮ ਜਕਛ ਹੈ। ਉਸ ਅਲਕਾਪੁਰੀ ਦੇ ਵਿੱਚ ਧਰੂ ਜੀ ਚੱਲ ਕੇ ਗਏ ਹਨ। ਨਿਜ ਮੁਖ ਧਰ ਕਰ ਸੰਖ ਬਜਾਨਾ, ਆਪਣੇ ਮੁਖ ਦੇ ਨਾਲ ਧਰੂ ਜੀ ਨੇ ਉੱਚੀ ਆਵਾਜ਼ ਵਿੱਚ ਸੰਖ ਪੂਰਿਆ ਹੈ। ਸੁਨਤ ਜਸ ਨਿਕਸੇ ਬਲ ਭਾਰੀ, ਉਸ ਅਲਕਾਪੁਰੀ ਦੇ ਵਿੱਚ ਜਿਹੜੇ ਜਕਛ ਰਹਿੰਦੇ ਸਨ, ਜਦੋਂ ਉਹਨਾਂ ਨੇ ਸੰਖ ਦੀ ਆਵਾਜ਼ ਸੁਣੀ ਹੈ, ਭਾਰੀ ਮਾਤਰਾ ਵਿੱਚ ਭਾਰੀ ਗਿਣਤੀ ਵਿੱਚ ਉਹ ਜਕਛ ਬਾਹਰ ਆ ਗਏ। ਸ਼ਸਤਰ ਅਸਤਰ ਨਿਜ ਸਰਬ ਸੰਭਾਰੀ, ਉਹਨਾਂ ਜਕਛਾਂ ਨੇ ਆਪਣੇ ਹੱਥਾਂ ਦੇ ਵਿੱਚ ਸ਼ਸਤਰ ਅਤੇ ਅਸਤਰ ਸਾਰੇ ਸੰਭਾਲ ਲਏ। ਸ਼ਸਤਰ ਹੁੰਦੇ ਨੇ ਜਿਸ ਤਰ੍ਹਾਂ ਤਲਵਾਰ ਹੈ, ਨੇਜਾ ਹੈ, ਕਟਾਰ ਹੈ, ਜਿਹੜੇ ਹੱਥ ਦੇ ਵਿੱਚ ਫੜ ਕੇ ਜੰਗ ਲੜੀ ਦੀ ਉਹਨੂੰ ਕਹਿੰਦੇ ਸ਼ਸਤਰ। ਜਿਹੜੇ ਦੂਰੋਂ ਸੁੱਟ ਕੇ ਵਾਰ ਕਰੀਦਾ ਹੈ, ਚੱਕਰ ਹੈ, ਤੀਰ ਹੈ, ਤੇ ਇਹ ਸਾਰੇ ਅਸਤਰਾਂ ਦੇ ਵਿੱਚ ਆਉਂਦੇ ਨੇ ਜਿਹੜੇ ਦੂਰੋਂ ਸੁੱਟ ਕੇ ਵਾਰ ਕਰਦੇ ਹਨ।
ਇਸ ਤਰ੍ਹਾਂ ਜਕਸ਼ਾਂ ਨੇ ਸ਼ਸਤਰ ਅਤੇ ਅਸਤਰ ਸਾਰੇ ਸੰਭਾਲ ਲਏ ਨੇ। ਭਾ ਸੰਗਰਾਮ ਦੋਹਨ ਦਿਸ ਘੋਰਾ, ਦੋਵਾਂ ਤਰਫਾਂ ਦੇ ਵਿੱਚ ਆਪਸੀ ਭਾਰੀ ਜੰਗ ਹੋਣ ਲੱਗਾ ਹੈ। ਛੂਟੇ ਤੀਸ਼ਨ ਬਾਣ ਕਠੋਰਾ, ਤਿੱਖੇ ਤਿੱਖੇ ਕਠੋਰ ਤੀਰ ਚੱਲਣ ਲੱਗੇ ਨੇ। ਜਛ ਜਬੈ ਕਾਇਲ ਕਰ ਡਾਰੇ, ਬਹੁਤੇ ਜਕਸ਼ ਜਿਹੜੇ ਸਨ ਉਹ ਧਰੂ ਜੀ ਦੀ ਫੌਜ ਨੇ ਜ਼ਖਮੀ ਕਰ ਦਿੱਤੇ ਨੇ। ਹਟੇ ਸਰਪ ਸਮਰਿਸ ਉਰ ਧਾਰੇ, ਜਦੋਂ ਬਹੁਤੀ ਮਾਰ ਜਕਸ਼ਾਂ ਨੂੰ ਪਈ ਹੈ ਤੇ ਫਿਰ ਗੁੱਸੇ ਦੇ ਵਿੱਚ ਭਰੇ ਤਾਂ ਹੋਏ ਸਨ, ਪਰ ਵਸ ਨਹੀਂ ਸੀ ਕੋਈ ਚੱਲਿਆ। ਤੇ ਜਿਸ ਤਰ੍ਹਾਂ ਸੱਪ ਵਿਸ ਘੋਲਦਾ ਪਿਛਾਂ ਨੂੰ ਜਾਂਦਾ ਹੈ, ਇਸ ਤਰ੍ਹਾਂ ਪਿੱਛੇ ਹੋਏ ਹਨ। ਪੌਰਿਖ ਧਰੂਵ ਕੋ ਸਹਿ ਨ ਸਕਾਈ, ਧਰੂ ਜੀ ਦੀਆਂ ਫੌਜਾਂ ਦੇ ਬਲ ਨੂੰ ਸਹਾਰ ਨਹੀਂ ਸਕੇ। ਭਰੇ ਗਰਭ ਭੂਰੰਗਰ ਜਾਈ, ਫਿਰ ਇੱਕੋ ਵਾਰ ਦੇ ਵਿੱਚ ਬੜੇ ਮਾਣ ਦੇ ਭਰੇ ਹੋਏ ਜਿਹੜੇ ਜਕਸ਼ ਸਨ ਗਰਜ ਕੇ ਪਏ ਹਨ। ਏਕ ਵਾਰ ਮਿਲ ਕਰ ਤੈ ਸਭ ਹੀ, ਇੱਕੋ ਵਾਰ ਦੇ ਵਿੱਚ ਮਿਲ ਕੇ ਜਕਸ਼ਾਂ ਨੇ ਉੱਤੇ ਵਾਰ ਕੀਤੇ ਨੇ। ਬਾਣ ਅਨਿਕ ਬਰਖਾਏ ਤਬ ਹੀ, ਅਨੇਕਾਂ ਹੀ ਜਿਹੜੇ ਤੀਰ ਨੇ ਉਹ ਧਰੂ ਦੀਆਂ ਫੌਜਾਂ ਦੇ ਉੱਤੇ ਚਲਾ ਦਿੱਤੇ ਨੇ। ਭ੍ਰਿਗ ਪਸੁੰਡੀ ਤੋਮਰ ਸ਼ਕਤੀ, ਬਹੁਤੇ ਗੰਡਾਸੀਆਂ ਗੁਰਜ ਬਰਸ਼ੇ ਬਰਸ਼ੀਆਂ, ਨਾਨਾ ਸ਼ਸਤਰ ਕਰੈ ਕੋ ਉਕਤੀ, ਕਈ ਤਰ੍ਹਾਂ ਦੇ ਸ਼ਸਤਰਾਂ ਦੇ ਵਾਰ ਧਰੂ ਦੀ ਫੌਜਾਂ ਤੇ ਕੀਤੇ ਨੇ। ਛਾਯੂ ਰਥ ਧਰੂਵ ਕੋ ਤਬ ਐਸੀ, ਧਰੂ ਜੀ ਦਾ ਜਿਹੜਾ ਰੱਥ ਸੀ ਉਹ ਇਹਨਾਂ ਫੌਜਾਂ ਦੇ ਵਿੱਚ ਇਸ ਤਰ੍ਹਾਂ ਘੇਰਿਆ ਗਿਆ। ਮਹਾਮੇਘ ਕਟ ਸੂਰਜ ਜੈਸੀ, ਜਿਸ ਤਰ੍ਹਾਂ ਬੱਦਲਾਂ ਦੇ ਵਿੱਚ ਸੂਰਜ ਘਿਰ ਜਾਂਦਾ ਹੈ ਨਾ, ਇਸ ਤਰ੍ਹਾਂ ਜਕਸ਼ਾਂ ਦੀਆਂ ਫੌਜਾਂ ਦੇ ਵਿੱਚ ਧਰੂ ਜੀ ਦਾ ਰੱਥ ਘਿਰ ਗਿਆ। ਜਿਉ ਗਿਰ ਪਰ ਬਰਖੈ ਕਨ ਭਾਰੇ, ਫਿਰ ਕਹਿੰਦੇ ਜਿਸ ਤਰ੍ਹਾਂ ਸਾਰੀ ਧੁੰਦ ਨੂੰ ਪਿਛਾਂ ਕਰਕੇ ਸੂਰਜ ਨਿਕਲਦਾ ਹੈ, ਤਿਉ ਇੱਕ ਬਾਰ ਸ਼ਸਤਰ ਸਭ ਡਾਰੇ, ਇਸ ਤਰ੍ਹਾਂ ਇੱਕੋ ਵਾਰ ਦੇ ਵਿੱਚ ਸਾਰਿਆਂ ਨੇ ਵਾਰ ਕੀਤੇ ਨੇ। ਪਾਇ ਆਕਾਸ਼ ਮੈਂ ਹਾਹਾਕਾਰਾ, ਜਿਸ ਤਰ੍ਹਾਂ ਬੱਦਲ ਪੈਂਦਾ ਹੈ ਪਹਾੜਾਂ ਦੇ ਉੱਤੇ, ਇਸ ਤਰ੍ਹਾਂ ਸਾਰਿਆਂ ਨੇ ਇੱਕੋ ਵਾਰ ਦੇ ਵਿੱਚ ਧਰੂ ਦੇ ਉੱਤੇ ਵਾਰ ਕੀਤੇ ਨੇ। ਕਹਿੰਦੇ ਆਕਾਸ਼ ਦੇ ਵਿੱਚ ਦੇਵਤਿਆਂ ਵਿੱਚ ਹਾਹਾਕਾਰ ਮਚ ਗਈ। ਨਸਿਓ ਬੰਸ ਮਨ ਐਸੀ ਐਸ ਵਿਚਾਰਾ, ਸਾਰਿਆਂ ਨੇ ਮਨ ਵਿੱਚ ਇਹ ਸੋਚਿਆ ਕਿ ਹੁਣ ਮੰਨੂ ਦਾ ਜਿਹੜਾ ਬੰਸ ਹੈ, ਮੰਨੂ ਰਾਜੇ ਦਾ, ਉਹ ਨਾਸ਼ ਹੋ ਜਾਵੇਗਾ। ਤੇਸ਼ਨ ਜਛ ਸਬੈ ਹਰ ਖਾਏ, ਉਸ ਵੇਲੇ ਸਾਰੇ ਜਕਸ਼ ਬੜੇ ਪ੍ਰਸੰਨ ਹੋਏ ਨੇ। ਭਰੇ ਗਰਭ ਉਰ ਵੱਡ ਗਰ ਜਾਏ, ਹੰਕਾਰ ਦੇ ਭਰੇ ਹੋਏ ਫਿਰ ਗਰਜੇ ਹਨ। ਧਰੂਵ ਰਾਥ ਅਵਸਰ ਪਾਏ ਬਹੋਰੀ, ਧਰੂ ਜੀ ਨੇ ਇੱਕੋ ਵਾਰ ਵਿੱਚ ਮੌਕਾ ਪਾ ਕੇ ਰਾਵ ਜਿਉ ਨਿਕਸ ਨਿਹਾਰ ਹੈ ਫੋਰੀ, ਇਸ ਤਰ੍ਹਾਂ ਫੌਜਾਂ ਨੂੰ ਤੋੜਦਿਆਂ ਨਿਕਲ ਗਏ ਨੇ, ਜਿਸ ਤਰ੍ਹਾਂ ਸੂਰਜ ਧੁੰਦ ਨੂੰ ਪਿਛਾਂ ਕਰਕੇ ਨਿਕਲ ਆਉਂਦਾ ਹੈ। ਧਰ ਤਨ ਕਰ ਮੈਂ ਸਰ ਬਰਖਾਈ, ਫਿਰ ਧਰੂ ਜੀ ਨੇ ਆਪਣੇ ਹੱਥ ਵਿੱਚ ਧਨੁਖ ਲੈ ਕੇ ਬਹੁਤੇ ਤੀਰਾਂ ਦੀ ਵਰਖਾ ਕੀਤੀ ਹੈ। ਪੀੜਤ ਹੋਏ ਸਭ ਛਤਰ ਪਲਾਏ, ਜਦੋਂ ਇਹਨਾਂ ਯਕਸ਼ਾਂ ਦੇ ਉੱਤੇ ਵਾਰ ਲੱਗੇ ਹਨ ਤੇ ਫਿਰ ਪਿਛਾਂ ਨੂੰ ਇਹ ਯਕਸ਼ ਭੱਜੇ ਹਨ। ਬਾਨਨ ਸੰਗ ਵਿਦੇ ਤਨ ਤਿਨ ਕੇ, ਤੀਰਾਂ ਦੇ ਨਾਲ ਇਹਨਾਂ ਦੇ ਸਰੀਰ ਵਿੰਨੇ ਗਏ ਹਨ। ਭਾਗੇ ਵਡੋ ਗਰਭ ਉਰ ਜਿਨ ਕੇ, ਜਿਨ੍ਹਾਂ ਦੇ ਮਨ ਵਿੱਚ ਬੜਾ ਹੰਕਾਰ ਸੀ, ਜਦੋਂ ਧਰੂ ਦੇ ਤੀਰ ਵੱਜੇ ਹਨ ਤੇ ਫਿਰ ਪਿਛਾਂ ਨੂੰ ਭੱਜਣ ਲੱਗੇ ਨੇ। ਮਾਥੇ ਭੁਜਾ ਚਰਨ ਕੱਟ ਡਾਰੇ, ਕਈਆਂ ਦੇ ਮੱਥੇ, ਕਈਆਂ ਦੇ ਪੈਰ, ਕਈਆਂ ਦੇ ਹੱਥ ਕੱਟੇ ਗਏ ਨੇ। ਜੇ ਸਨਮੁਖ ਪੇ ਤਤ ਛਿਨ ਮਾਰੇ, ਜਿਹੜੇ ਸਾਹਮਣੇ ਆਏ ਜੰਗ ਕਰਨ ਵਾਸਤੇ ਬਹੁਤੀ ਛੇਤੀ ਮੁਕਾ ਦਿੱਤੇ ਨੇ। ਅਨ ਗਨ ਜਛ ਪਰੇ ਕੱਟ ਧਰਨੀ, ਅਨੇਕਾਂ ਹੀ ਜਕਸ਼ ਧਰਤੀ ਤੇ ਕੱਟੇ ਵੱਡੇ ਪਏ ਹਨ। ਬਨ ਕਟਨੇ ਸਮਿ ਉਪਮਾ ਬਰਨੀ, ਇਸ ਤਰ੍ਹਾਂ ਪਏ ਨੇ ਮਾਨੋ ਕਿ ਜੰਗਲ ਦੇ ਵਿੱਚ ਬ੍ਰਿਕਸ਼ ਕੱਟ ਕੇ ਸੁੱਟੇ ਹੋਣ। ਕੰਨ ਅਨੀਕ ਜਿਵ ਪਾਉਨ ਅਗਾਰੀ, ਤੇ ਕਹਿੰਦੇ ਜਿਸ ਤਰ੍ਹਾਂ ਹਵਾ ਦੇ ਅੱਗੇ ਬੱਦਲ ਭੱਜਦੇ ਹਨ, ਤਿਉ ਪਾਗੇ ਪਾਛੇ ਨਾ ਨਿਹਾਰੀ, ਇਸ ਤਰ੍ਹਾਂ ਜਕਸ਼ ਧਰੂ ਦੇ ਬਲ ਨੂੰ ਨਾ ਸਹਾਰਦੇ ਹੋਏ ਭੱਜੇ ਹਨ ਤੇ ਪਿਛਾਂ ਮੁੜ ਕੇ ਨਹੀਂ ਦੇਖਦੇ। ਮਾਇਆ ਆਪਣੀ ਤਬੇ ਪਸਾਰੀ, ਫਿਰ ਜਕਸ਼ਾਂ ਨੇ ਦੇਖਿਆ ਕਿ ਬਲ ਕਰਕੇ ਤਾਂ ਹਾਰ ਗਏ ਆ, ਫਿਰ ਹੁਣ ਉਹ ਵੀ ਕਰਾਮਾਤੀ ਸਨ। ਉਹਨਾਂ ਨੇ ਫਿਰ ਆਪਣੀ ਮਾਇਆ ਦੇ ਪ੍ਰਤਾਪ ਦੇ ਨਾਲ ਸ਼ਿਲਾਕ ਬੰਦ ਗਿਰੇ ਨਭ ਭਾਰੀ, ਆਕਾਸ਼ ਦੇ ਵਿੱਚੋਂ ਬਹੁਤੇ ਪੱਥਰਾਂ ਦੀ ਵਰਖਾ ਕੀਤੀ ਹੈ। ਬਹੁਤੇ ਧੜ ਜਿਹੜੇ ਨੇ ਉਹਨਾਂ ਨੇ ਸੁੱਟੇ ਹਨ। ਬਿਸਟਾ ਮੂਤਰ ਰੁਦਰ ਪੂ ਤਬ ਹੀ, ਬੜੀ ਗੰਦਗੀ ਦੀ ਅਤੇ ਪਾਕ ਦੀ ਵਰਖਾ ਇਹਨਾਂ ਨੇ ਆਕਾਸ਼ ਤੋਂ ਆਪਣੀ ਕਰਾਮਾਤ ਮਾਇਆ ਦੁਆਰਾ ਕੀਤੀ। ਬਰਖੈ ਛਤਰ ਗਗਨ ਤੇ ਸਭ ਹੀ, ਆਕਾਸ਼ ਦੇ ਵਿੱਚੋਂ ਇਸ ਤਰ੍ਹਾਂ ਵਰਖਾ ਹੋਣ ਲੱਗੀ। ਸ਼ੂਕਰ ਸਿੰਘ ਵਿਆਗਰ ਮਹਿ ਘੋਰ
ਘੂਰਾ। ਜਿਹੜੇ ਸੂਰ ਸਨ, ਸ਼ੇਰ ਸਨ, ਕੂਕਰ ਸਨ, ਉੱਚੀ ਉੱਚੀ ਬੋਲਦੇ ਹਨ। ਪ੍ਰਲੈ ਸਰਸ ਪਾ ਨਾਦ ਕਠੂਰਾ। ਇੰਨੀ ਭਿਆਨਕ ਆਵਾਜ਼ ਸੁਣ ਕੇ ਡਰ ਗਏ, ਮਾਨੋ ਕਿ ਪ੍ਰਲੈ ਹੀ ਆ ਗਈ ਹੋਵੇ। ਜਿਉ ਧਰੂਵ ਕੀ ਤੁਜਨੀ ਹੋਇ ਹਾਨੀ। ਕਹਿੰਦੇ ਜਿਸ ਕਰਕੇ ਧਰੂ ਜੀ ਦੀਆਂ ਫੌਜਾਂ ਦਾ ਨੁਕਸਾਨ ਹੋਣ ਲੱਗਾ, ਤਿਉ ਸੋ ਆਸੁਰੀ ਮਾਇਆ ਠਾਨੀ। ਇਹਨਾਂ ਦੈਂਤਾਂ ਨੇ, ਜਕਸ਼ਾਂ ਨੇ ਆਪਣੀ ਮਾਇਆ ਦੁਆਰਾ ਇਸ ਤਰ੍ਹਾਂ ਵਰਖਾ ਕੀਤੀ ਹੈ। ਧਰੂ ਹਰ ਭਗਤ ਮਹਾ ਬਲ ਧਾਰਾ। ਭਗਤ ਧਰੂ ਜੀ ਜਿਹੜੇ ਹਰੀ ਦੇ ਭਗਤ ਸਨ, ਫਿਰ ਬਹੁਤਾ ਬਲ ਧਾਰਨ ਕੀਤਾ। ਨਾਰਾਇਣ ਸਰ ਤਬਿ ਸੰਭਾਰਾ। ਧਰੂ ਜੀ ਨੇ ਫਿਰ ਨਾਰਾਇਣ ਸਰ, ਜਿਹੜਾ ਨਾਰਾਇਣ ਤੀਰ ਸੀ, ਉਹ ਫਿਰ ਇਹਨਾਂ ਨੇ ਆਪਣਾ ਅਸਤਰ ਸੰਭਾਲਿਆ। ਕਰ ਮੈਲੇ ਤਨ ਮਹਿ ਜਬ ਜੋਰਾ। ਆਪਣੇ ਹੱਥ ਦੇ ਵਿੱਚ ਲੈ ਕੇ ਜਦ ਜ਼ੋਰ ਦੇ ਨਾਲ ਨਾਸ ਭਈ ਮਾਇਆ ਵੱਡ ਘੂਰਾ। ਆਕਾਸ਼ ਵੱਲ ਚਲਾਇਆ ਤੇ ਜਕਸ਼ਾਂ ਦੀ ਜਿਹੜੀ ਮਾਇਆ ਸੀ, ਕਰਾਮਾਤਾਂ ਖਤਮ ਕਰ ਦਿੱਤੀਆਂ। ਜਬ ਉਹ ਬਾਨ ਕਟਕ ਮੈਂ ਡਾਰਾ। ਜਦੋਂ ਧਰੂ ਜੀ ਦਾ ਬਾਣ ਤੀਰ ਜਿਹੜਾ ਸੀ ਫੌਜਾਂ ਨੂੰ ਜਾ ਲੱਗਾ, ਛਿਨਕ ਬਿਖੈ ਸਗਰੋ ਸੰਘਾਰਾ। ਇੱਕ ਛਿਨ ਦੇ ਵਿੱਚ ਧਰੂ ਜੀ ਨੇ ਸਾਰਿਆਂ ਦਾ ਸੰਘਾਰ ਕਰ ਦਿੱਤਾ। ਕਟੇ ਅੰਗ ਵਿਆਕੁਲ ਹੋਏ ਭਾਗੇ। ਬਹੁਤੇ ਅੰਗ ਜਕਸ਼ਾਂ ਦੇ ਕੱਟੇ ਗਏ ਤੇ ਵਿਆਕੁਲ ਹੋ ਕੇ ਡਰ ਕੇ ਫਿਰ ਭੱਜੇ ਹਨ। ਸਰਪ ਬ੍ਰਿੰਦ ਜਿਉ ਖਗ ਪਤੇ ਆਗੇ। ਜਿਸ ਤਰ੍ਹਾਂ ਗਰੁੜ ਦੇ ਅੱਗੇ ਸੱਪ ਲੱਗ ਕੇ ਦੌੜਦਾ ਹੈ, ਇਸ ਤਰ੍ਹਾਂ ਧਰੂ ਜੀ ਦੇ ਬਲ ਨੂੰ ਨਹੀਂ ਸਹਾਰ ਸਕੇ। ਧਰੂਵ ਕੋ ਪਿਤ ਪਿਤ ਨ੍ਰਿਪ ਮਨ ਜੋਈ। ਕਹਿੰਦੇ ਜਿਹੜਾ ਧਰੂ ਦਾ ਦਾਦਾ ਸੀ ਨਾ, ਮਨੂੰ ਰਾਜਾ, ਉਸ ਸਮੇਂ ਦਇਆ ਭਈ ਆਇਓ ਚੱਲ ਸੋਈ। ਉਹ ਵੀ ਆਪਣੇ ਆਸਣ ਦੇ ਉੱਤੇ ਬੈਠਾ ਸੀ, ਭਗਤੀ ਕਰਕੇ ਉਹਨੂੰ ਪਦਵੀ ਮਿਲੀ ਸੀ। ਕਹਿੰਦੇ ਮਨ ਵਿੱਚ ਬਹੁਤੀ ਦਇਆ ਆਈ, ਬਹੁਤਾ ਤਰਸ ਆਇਆ ਜਕਸ਼ਾਂ ਤੇ ਧਰੂ ਜੀ ਨੂੰ ਉਹਨੇ ਦਰਸ਼ਨ ਦਿੱਤੇ। ਕਹਿਣ ਲੱਗਾ ਧਰੂਵ ਕੋ ਅਸਬਾਨੀ। ਉਹ ਮਨੂੰ ਰਾਜੇ ਨੇ ਫਿਰ ਧਰੂ ਨੂੰ, ਆਪਣੇ ਪੋਤੇ ਨੂੰ ਇਸ ਤਰ੍ਹਾਂ ਸਮਝਾਇਆ। ਬਿਨ ਅਪਰਾਧ ਨਾ ਜਸ ਕਰ ਹਾਨੀ। ਕਹਿਣ ਲੱਗੇ, ਪੁੱਤਰ ਧਰੂ, ਕਿਉਂ ਬਿਨਾਂ ਅਪਰਾਧ ਤੋਂ, ਬਿਨਾਂ ਇਹਨਾਂ ਦੇ ਕਿਸੇ ਤਰ੍ਹਾਂ ਦੇ ਅਪਰਾਧ ਕੀਤੇ ਤੂੰ ਇਹਨਾਂ ਦੀ ਹਾਨੀ ਕਰ ਰਿਹਾ ਹੈ। ਤੂੰ ਹਰ ਭਗਤ ਦਇਆ ਉਰ ਧਾਰੋ। ਤੂੰ ਤਾਂ ਹਰੀ ਦਾ ਭਗਤ ਹੈ ਨਾ, ਮਨ ਵਿੱਚ ਦਇਆ ਧਾਰਨ ਕਰ। ਰਿਸ ਕਰ ਸ਼ਾਂਤ ਨਾ ਜਛ ਸੰਗਾਰੋ। ਆਪਣੇ ਕ੍ਰੋਧ ਨੂੰ, ਵੀਰ ਰਸ ਨੂੰ ਸ਼ਾਂਤ ਕਰ ਤੇ ਇਹਨਾਂ ਜਕਸ਼ਾਂ ਨੂੰ ਨਾ ਹੁਣ ਮਾਰ। ਏਕ ਭਰਾਤ ਤੀਰੂ ਇਨ ਮਾਰਾ। ਇਹਨਾਂ ਜਕਸ਼ਾਂ ਨੇ ਤਾਂ ਤੇਰਾ ਇੱਕ ਭਰਾ ਖਤਮ ਕੀਤਾ ਹੈ। ਤੈ ਅਨਗਨ ਬਹੁ ਕਟਕ ਸੰਗਾਰਾ। ਤੂੰ ਤਾਂ ਅਣਗਿਣਤੀ ਫੌਜਾਂ ਜਕਸ਼ਾਂ ਦੀਆਂ ਮਾਰ ਦਿੱਤੀਆਂ। ਬਾਲ ਵੈਸ ਤੁਮ ਬਿਸ਼ਨ ਧਿਆਇਓ। ਬਾਲ ਅਵਸਥਾ ਵਿੱਚ, ਛੋਟੀ ਉਮਰ ਵਿੱਚ ਪ੍ਰਭੂ ਭਗਤ ਤੂੰ ਬਣਿਆ ਹੈ। ਤਹਾਂ ਗਿਆਨ ਪੂਰਨ ਉਰ ਪਾਇਓ। ਉੱਥੇ ਤੈਨੂੰ ਪੂਰਨ ਬ੍ਰਹਮ ਗਿਆਨ ਪ੍ਰਾਪਤ ਹੋਇਆ ਹੈ। ਆਤਮ ਸਰਬ ਵਿਖੀ ਹੈ ਏਕੂ। ਇਹ ਦੇਖ ਕੇ ਸਾਰਿਆਂ ਵਿੱਚ ਇੱਕੋ ਹੀ ਪ੍ਰਮਾਤਮਾ ਦੀ ਅੰਸ਼ ਹੈ। ਅਸ ਪ੍ਰਕਾਰ ਸੰਭਾਰ ਬੇਕੂ। ਇਸ ਤਰ੍ਹਾਂ ਦਾ ਗਿਆਨ ਆਪਣੇ ਹਿਰਦੇ ਵਿੱਚ ਯਾਦ ਕਰ। ਅਹੈ ਅਨੁਚਿਤ ਅਹੈ ਸਭ ਬਾਤਾ। ਇਹ ਸਾਰੀਆਂ ਬਾਤਾਂ ਅਯੋਗ ਹਨ। ਬਸ ਸੰਗਰਾਮ ਨਾ ਕਰ ਅਬ ਤਾਤਾ। ਤੇ ਹੁਣ ਇਸ ਜੰਗ ਨੂੰ ਇੱਥੇ ਹੀ ਰੋਕ ਦੇ। ਇਸ ਬਿਦ ਦੀਨ ਗਿਆਨ ਮਨ ਰਾਉ। ਕਹਿੰਦੇ ਇਸ ਤਰ੍ਹਾਂ ਦਾ ਗਿਆਨ ਮਨੂੰ ਰਾਜੇ ਨੇ ਧਰੂ ਜੀ ਨੂੰ ਦਿੱਤਾ। ਜੁਧ ਕਰਤ ਧਰੁਵ ਕੀਨ ਹਟਾਉ। ਜੰਗ ਲੜਦਿਆਂ ਲੜਦਿਆਂ ਧਰੂ ਜੀ ਉੱਥੇ ਹੀ ਰੁਕ ਗਏ। ਪੁਨ ਮਨ ਗਵਨਿਉ ਆਪਣੀ ਆਵਾਸੂ। ਫਿਰ ਉਹ ਮਨੂੰ ਰਾਜਾ ਆਪਣੇ ਸਿੰਘਾਸਨ ਵੱਲ ਚਲੇ ਗਏ। ਤਬ ਤਨ ਪਤਿਆ ਵਾ ਧਰੂ ਪਾਸੂ। ਉਸ ਵਕਤ ਜਿਹੜਾ ਜਕਸ਼ਾਂ ਦਾ ਰਾਜਾ ਸੀ ਕੁਬੇਰ, ਉਹ ਧਰੂ ਜੀ ਦੇ ਸਾਹਮਣੇ ਆਇਆ। ਵਰਨਨ ਕੀਨੋ ਸੁਜਸ ਵਿਸਾਲਾ। ਕੁਬੇਰ ਨੇ ਆ ਕੇ ਧਰੂ ਜੀ ਦਾ ਬਹੁਤਾ ਜਸ ਕੀਤਾ। ਧੰਨ ਧੰਨ ਹਰ ਭਗਤ ਪਵਾਲਾ। ਕਹਿਣ ਲੱਗੇ, ਐ ਰਾਜਨ, ਤੂੰ ਧਨ ਹੈ, ਤੂੰ ਧਨ ਹੈ, ਤੂੰ ਹਰੀ ਭਗਤ ਹੈ ਤੇ ਰਾਜਾ ਵੀ ਹੈ। ਕਹਿਓ ਪਿਤਾਮਾ ਕੋ ਤੁਮ ਮਾਨਾ। ਤੇ ਤੂੰ ਆਪਣੇ ਦਾਦੇ ਮਨੂੰ ਰਾਜੇ ਦਾ ਕਿਆ ਮੰਨ ਲਿਆ। ਉਰਤੇ ਕ੍ਰੋਧ ਸਕਲ ਬਿਸਰਾਨਾ। ਆਪਣੇ ਹਿਰਦੇ ਤੋਂ ਸਾਰਾ ਕ੍ਰੋਧ ਤੂੰ ਦੂਰ ਕਰ ਦਿੱਤਾ ਹੈ। ਤੁਮ ਭਰਾਤਾ ਨੇ ਜਸ ਸੰਗਾਰਾ। ਨਾ ਤੇਰੇ ਭਰਾ ਨੇ ਜਕਸ਼ ਮਾਰੇ ਹਨ। ਏਕ ਨਹੀਂ ਜਸ ਤੁਮ ਨੇ ਮਾਰਾ। ਨਾ ਤੇਰੇ ਭਰਾ ਨੂੰ ਜਕਸ਼ਾਂ ਨੇ ਮਾਰਿਆ ਤੇ ਨਾ ਤੂੰ ਕੋਈ ਜੱਛ ਖਤਮ ਕੀਤਾ ਹੈ। ਮਾਰਨ ਕੋ ਕਾਰਨਿਕ ਕਾਲੂ। ਮਾਰਨ ਵਾਲਾ ਤੇ ਇੱਕ ਕਾਲ ਹੀ ਹੈ ਨਾ। ਨਾ ਜੱਛਾਂ ਨੇ ਤੇਰੇ ਭਰਾ ਉੱਤਮ ਨੂੰ ਖਤਮ ਕੀਤਾ ਹੈ ਤੇ ਨਾ ਤੂੰ ਜੱਛ ਮਾਰੇ ਨੇ। ਮਾਰਨ ਵਾਲਾ ਕੌਣ ਹੈ? ਇੱਕ ਕਾਲ ਹੀ ਹੈ। ਜਦ ਸਮਾਂ ਆ ਜਾਵੇ, ਜਦੋਂ ਕਾਲ ਪਹੁੰਚ ਜਾਵੇ ਨੇੜੇ, ਤੇ ਫਿਰ ਉਸ ਕਾਲ ਤੋਂ ਕੋਈ ਬਚਾ ਨਹੀਂ ਸਕਦਾ। ਮਰਦਾ ਹੀ ਉਹ ਹੈ ਜਿਹਦੀ ਮੌਤ ਆਈ ਹੋਵੇ। ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ। ਉਹ ਕਹਿਣ ਲੱਗੇ, ਧਰੂ ਨੂੰ ਕਹਿਣ ਲੱਗੇ, ਨਾ ਤੇਰੇ ਭਰਾ ਨੂੰ ਕਿਸੇ ਖਤਮ ਕੀਤਾ ਤੇ ਨਾ ਤੂੰ ਇਹਨਾਂ ਜੱਛਾਂ ਨੂੰ ਮਾਰਿਆ ਹੈ। ਮਾਰਨ ਵਾਲਾ ਤੇ ਇੱਕ ਕਾਲ ਹੈ, ਜਿਹਦਾ ਸਮਾਂ ਪੂਰਾ ਹੋ ਜਾਵੇ
ਉਹਦਾ ਕੇਵਲ ਕਾਰਨ ਹੀ ਬਣਦਾ ਹੈ। ਲਖਤ ਨਾ ਕੋ ਗਤ ਜਾਸ ਵਿਸਾਲੂ। ਤੇ ਇਸ ਕਰਕੇ ਲਖਤ ਨਾ ਕੋ ਗਤ ਜਾਸ ਵਿਸਾਲੂ, ਜਿਸ ਕਾਲ ਦੀ ਗਤ ਨੂੰ ਕੋਈ ਜਾਣ ਨਹੀਂ ਸਕਦਾ। ਮੈਂ ਅਰ ਮੋਰ ਤੋਰ ਜੇ ਜਾਣਤ। ਜਿਹੜੇ ਲੋਕ ਇਹ ਜਾਣਦੇ ਨੇ ਕਿ ਮੈਂ ਕੁਝ ਕਰਦਾ ਤੂੰ ਕੁਝ ਕੀਤਾ ਹੈ, ਤਾਂ ਕੋ ਪੰਡਿਤ ਅੱਗੇ ਪਛਾਨਤ। ਉਸ ਮਨੁੱਖ ਨੂੰ ਗਿਆਨੀ ਲੋਕ ਅਗਿਆਨੀ ਕਹਿੰਦੇ ਹਨ। ਤੂੰ ਮਤਵਾਨ ਗਿਆਨ ਗੁਣ ਖਾਨੀ। ਐ ਧਰੂ ਤੂੰ ਚੰਗੀ ਮੱਤ ਵਾਲਾ, ਗੁਣਾਂ ਦੀ ਖਾਨ ਹੈ। ਬਾਲ ਬੈਸ ਹਰ ਭਗਤ ਕਮਾਨੀ। ਬਚਪਨ ਵਿੱਚ 5 ਵਰਿਆਂ ਦੀ ਉਮਰ ਦੇ ਵਿੱਚ ਤੂੰ ਪ੍ਰਭੂ ਦੀ ਭਗਤੀ ਕਰਕੇ ਮਹਾਨ ਪਦਵੀ ਪਾਈ ਹੈ। ਤੁਝ ਪਰ ਮੈਂ ਸੋ ਪ੍ਰਸੰਨ ਵਿਸਾਲਾ। ਧਰੂ ਤੇਰੇ ਉੱਤੇ ਜੇ ਪ੍ਰਭੂ ਪ੍ਰਸੰਨ ਹੈ ਤੇ ਫਿਰ ਸਾਰੇ ਦੇਵਤੇ ਹੀ ਤੇਰੇ ਤੇ ਪ੍ਰਸੰਨ ਹਨ। ਚਾਹੋ ਜੋ ਬਰ ਜਾਚੂ ਤਤਕਾਲਾ। ਜੋ ਵੀ ਤੂੰ ਚਾਹੁੰਦਾ ਹੈ ਉਹ ਸਾਡੇ ਪਾਸੋਂ ਮੰਗ ਲੈ। ਸੁਨ ਬੋਲਿਓ ਧਰੁਵ ਤਬ ਅਸਰੀਤੀ। ਵੇਰ ਤੋਂ ਸੁਣ ਕੇ ਧਰੂ ਜੀ ਇਸ ਤਰ੍ਹਾਂ ਕਹਿਣ ਲੱਗੇ, ਸ੍ਰੀ ਹਰਿ ਚਰਨ ਅਚਲ ਹੋਇ ਪ੍ਰੀਤੀ। ਕਹਿੰਦੇ ਫਿਰ ਜੇ ਪਰੇਸ਼ਾਨੀ ਹੋਏ ਉਹਨਾਂ ਤੇ ਫਿਰ ਇਹੋ ਹੀ ਅਸੀਸ ਦਵੋ ਕਿ ਪ੍ਰਭੂ ਦੇ ਚਰਨਾਂ ਦੇ ਨਾਲ ਮੇਰੀ ਪ੍ਰੀਤੀ, ਮੇਰਾ ਪਿਆਰ ਜਿਹੜਾ ਉਹ ਸਦਾ ਬਣਿਆ ਰਹੇ। ਸਿੰਧ ਜਗਤ ਜਾਂਤੀ ਤਰ ਜਾਊ। ਤੇ ਜਿਸ ਕਰਕੇ ਪ੍ਰਭੂ ਦੀ ਪ੍ਰੀਤੀ ਧਾਰਨ ਕਰਕੇ ਪ੍ਰੇਮ ਕਰਨ ਕਰਕੇ ਸੰਸਾਰ ਸਾਗਰ ਨੂੰ ਤਰ ਜਾਵਾਂ। ਇਹ ਬਰ ਤੁਮ ਤੇ ਮੈਂ ਸੁਭ ਪਾਊ। ਤੁਸੀਂ ਵੱਡੇ ਹੋ, ਪ੍ਰਸੰਨ ਹੋਏ ਹੋ ਤੇ ਇਹੋ ਹੀ ਵਾਰ ਮੇਰੇ ਤਾਈਂ ਦੇਣਾ ਕਰੋ। ਏਵ ਮਸਤ ਕਹਿ ਬਚਨ ਕੁਮੇਰਾ। ਅਗੋਂ ਕੁਬੇਰ ਸੁਣ ਕੇ ਕਹਿੰਦੇ ਕਿ ਇਸੇ ਤਰ੍ਹਾਂ ਹੀ ਹੋਵੇ। ਗਮਨਿਓ ਤਬੇ ਹੁਤੋ ਜਹ ਡੇਰਾ। ਇਹ ਕਹਿ ਕੇ ਤੂੰ ਆਪਣੇ ਆਸਣ ਤੇ ਚਲੇ ਗਏ। ਧਰੁਵ ਆਪਣੇ ਪੁਰ ਕੋ ਚਲਿਆ ਵਾ। ਧਰੂ ਜੀ ਉਥੋਂ ਫਿਰ ਪਰਤ ਕੇ ਆਪਣੇ ਨਗਰ ਵਿੱਚ ਆ ਗਏ। ਜੇ ਕੋ ਸੁਰ ਨਰ ਮੈਂ ਜਸ ਛਾਵਾ। ਜਿਨ੍ਹਾਂ ਦਾ ਦੇਵਤਿਆਂ ਵਿੱਚ, ਮਨੁੱਖਾਂ ਵਿੱਚ, ਸਾਰਿਆਂ ਵਿੱਚ ਬਹੁਤਾ ਜਸ ਛਾਇਆ ਸੀ। ਕੀਨ ਪ੍ਰਿਥਵੀ ਕੋ ਰਾਜ ਕਨੇਰਾ। ਇਸ ਧਰਤੀ ਦੇ ਉੱਤੇ ਧਰੂ ਜੀ ਨੇ ਲੰਮਾ ਸਮਾਂ ਰਾਜ ਕੀਤਾ। ਕਰ ਮਖ ਫਲ ਅਰਪਿਓ ਹਰ ਪੈਰਾ। ਫਿਰ ਜਿੰਨਾ ਸਮਾਂ ਇਹਨਾਂ ਜਗ ਕੀਤੇ ਉਹ ਸਾਰਾ ਫਲ ਹਰੀ ਦੇ ਚਰਨਾਂ 'ਚ ਹੀ ਅਰਪਣ ਕੀਤਾ। ਕਈ ਵਾਰੀ ਬੰਦਾ ਕੋਈ ਧਰਮ ਦਾ ਕਰਮ ਕਰਦਾ ਹੈ, ਉਹਦੇ ਪ੍ਰਤੀ ਫਿਰ ਫਲ ਮੰਗਦਾ ਹੈ, ਪਰ ਜਿਹੜੇ ਨਿਸ਼ਕਾਮ ਹੋ ਕੇ ਕਰਮ ਕਰਦੇ ਹਨ ਉਹਨਾਂ ਦਾ ਫਲ ਬਹੁਤਾ ਹੁੰਦਾ ਹੈ। ਸੋ ਸਤਿਯੁਗ 7 ਤੇਤਾ ਜੱਗੀ, ਦੁਆਪਰ ਪੂਜਾ 4, ਉਹਨਾਂ ਵਿੱਚ ਨਾਮ ਦੇ ਨਾਲ ਸਤਿਯੁਗ ਦੇ ਵਿੱਚ 7 ਪ੍ਰਧਾਨ ਸੀ, ਤ੍ਰੇਤੇ ਵਿੱਚ ਜਗ ਪ੍ਰਧਾਨ ਸਨ, ਦੁਆਪਰ ਵਿੱਚ ਪੂਜਾ ਨਾਮ ਦੇ ਨਾਲ ਕਰਦੇ ਸਨ। ਗੁਰੂ ਜੀ ਕਹਿੰਦੇ ਨੇ ਹੁਣ ਕਲਯੁਗ ਦਾ ਸਮਾਂ ਹੈ। ਇਹ ਕਲਯੁਗ ਦਾ ਸਮੇਂ ਦੇ ਵਿੱਚ ਕੇਵਲ ਨਾਮ ਹੀ ਜਿਹੜਾ ਉਹ ਪ੍ਰਧਾਨ ਹੈ। ਇਸ ਕਰਕੇ ਇੱਕ ਨਾਮ ਬੋਵੋ ਬੋਵੋ, ਅਨ ਰੂਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਉਦੋਂ ਜਗ ਦਾ ਸਮਾਂ ਸੀ। ਧਰੂ ਜੀ ਨੇ ਲੰਮਾ ਸਮਾਂ ਜਿਹੜੇ ਜਗ ਕੀਤੇ ਉਹਦਾ ਫਲ ਪ੍ਰਭੂ ਦੇ ਚਰਨਾਂ 'ਚ ਹੀ ਅਰਪਣ ਕੀਤਾ। ਪ੍ਰੇਮ ਭਗਤ ਮੈਂ ਰਹਿਓ ਸਮਾਈ। ਪ੍ਰੇਮ ਭਗਤੀ ਦੇ ਵਿੱਚ ਮਨ ਸਮਾਇਆ ਰਿਹਾ। ਸਰਬ ਸੁਖਨ ਸੋ ਪ੍ਰਜਾ ਬਸਾਈ। ਭਗਤ ਧਰੂ ਜੀ ਰਾਜ ਕਰਦੇ ਸਨ ਤੇ ਸਾਰੀ ਪ੍ਰਜਾ ਸੁਖ ਦੇ ਨਾਲ ਵਸੀ ਹੈ। 36 ਸਹਿਸ ਬਰਖ ਕਰ ਰਾਜੂ। 36,000 ਵਰਾ ਭਗਤ ਧਰੂ ਜੀ ਨੇ ਇਸ ਧਰਤੀ ਤੇ ਰਾਜ ਕੀਤਾ ਹੈ। ਧਰਮ ਅਰਥ ਕਾਮ ਆਦਿਕ ਸਾਜੂ। ਧਰਮ ਅਰਥ ਕਾਮ ਆਦਿਕ ਦੇ ਵਿੱਚ ਇਹ ਪੂਰਨ ਸਨ। ਨਸਵਰ ਲੱਖ ਕਰ ਜਗਤ ਬਹੋਰੀ। ਫਿਰ ਇਹਨਾਂ ਸਮਾਂ ਰਾਜ ਕਰਕੇ ਸੰਸਾਰ ਨੂੰ ਧਰੂ ਜੀ ਨੇ ਨਾਸਵੰਤ ਜਾਣ ਕੇ ਸੁਪਨ ਸਮਾਨ ਦੀਨ ਸਭ ਸੋਰੀ। ਇਹ ਸੰਸਾਰ ਨੂੰ ਸੁਪਨੇ ਸਮਾਨ ਸਾਰਾ ਰਾਜ ਭਾਗ ਤਿਆਗ ਦਿੱਤਾ। ਸੁਤ ਕੋ ਰਾਜ ਸਮਰਪਣ ਕੀਨਾ। ਇਹ ਰਾਜ ਭਾਗ ਫਿਰ ਧਰੂ ਜੀ ਨੇ ਆਪਣੇ ਪੁੱਤਰ ਨੂੰ ਜਿਹੜਾ ਸੀ ਉਹ ਅਰਪਣ ਕੀਤਾ। ਰਾਜ ਗੱਦੀ ਤੇ ਆਪਣੇ ਪੁੱਤਰ ਨੂੰ ਬਿਠਾਇਆ। ਆਪ ਪੰਥ ਕਾਨਨ ਕੋ ਲੀਨਾ। ਫਿਰ ਆਪ ਧਰੂ ਜੀ ਜਿਹੜੇ ਬੰਦੇ ਵਿੱਚ ਗਏ ਸਨ ਉੱਥੇ ਹੀ ਚਲੇ ਗਏ। ਕੀਨ ਇਸ਼ਨਾਨ ਸੁਰਸਰੀ ਤੀਰਾ। ਤੇ ਜਾ ਕੇ ਗੰਗਾ ਦੇ ਕੰਢੇ ਤੇ ਬੈਠ ਕੇ ਇਸ਼ਨਾਨ ਕਰਕੇ ਉੱਥੇ ਬੈਠ ਗਏ। ਬੈਠ ਗਇਓ ਪੁਨ ਗੁਣੀ ਗਹੀਰਾ। ਗੁਣਾਂ ਦੇ ਸਾਗਰ ਧਰੂ ਜੀ ਉੱਥੇ ਬੈਠ ਗਏ ਹਨ। ਜੋਗ ਸਮਾਧੀ ਕੀਨ ਪਰਬੀਨੇ। ਗੰਗਾ ਦੇ ਕੰਢੇ ਜਾ ਕੇ ਨਾ ਸਮਾਧੀ ਲਾਈ ਹੈ, ਉਸ ਸਮਾਧੀ ਦੇ ਵਿੱਚ ਜੁੜ ਗਏ। ਧਿਆਤਾ ਧੀ ਏਕ ਕਰ ਲੀਨੇ। ਉਸ ਪ੍ਰਭੂ ਦੇ ਧਿਆਨ ਦੇ ਵਿੱਚ ਇਕਾਗਰ ਕਰ ਲਿਆ ਮਨ ਨੂੰ। ਭਇਓ ਅਭਾਵ ਜਗਤ ਕੋ ਤਬ ਹੀ। ਇਹ ਸੰਸਾਰ ਦਾ ਅਭਾਵ ਹੋ ਗਿਆ, ਭਾਵ ਕਿ ਸੰਸਾਰ ਹੈ ਹੀ ਨਹੀਂ। ਇਹ ਅਭਾਵ ਹੋ ਜਾਣਾ, ਜਿਸ ਤਰ੍ਹਾਂ ਮਾਇਆ ਕੁਝ ਹੈ ਹੀ ਨਹੀਂ, ਸਾਰਾ ਤੇ ਇੱਕ ਪ੍ਰਭੂ ਦਾ ਹੀ ਹੈ ਨਾ ਸਾਰਾ। ਇਹ ਅਭਾਵ ਕਰ ਲੈਣਾ ਕਿ ਸੰਸਾਰ ਕੁਝ ਹੈ ਹੀ ਨਹੀਂ ਹੈ। ਮਨ ਸੰਕਲਪ ਫੁਰਿਓ ਨਹਿ ਕਬਹੀ। ਇਸ ਕਰਕੇ ਮਨ ਵਿੱਚੋਂ ਸਾਰੇ ਸੰਕਲਪ ਜਿਹੜੇ
ਉਹ ਮੁੱਕ ਗਏ, ਕੋਈ ਵੀ ਸੰਕਲਪ ਮਨ 'ਚ ਨਾ ਫੁਰਿਆ। ਏ ਬਿਦ ਬੀਤ ਗਇਓ ਕੁਛ ਕਾਲੂ, ਇਸ ਤਰ੍ਹਾਂ ਤਪ ਕਰਦਿਆਂ ਧਰੂ ਜੀ ਨੂੰ ਕੁਝ ਸਮਾਂ ਬੀਤਿਆ। ਪ੍ਰੇਮ ਭਗਤ ਮੈਂ ਮਗਨ ਬਿਸਾਲੂ, ਪ੍ਰੇਮਾ ਭਗਤੀ ਦੇ ਵਿੱਚ ਹੀ ਜੁੜੇ ਰਹੇ ਹਨ। ਨਭ ਤੇ ਤਬ ਬਿਵਾਨ ਕੀਆਵਾ, ਕਦੋਂ ਆਕਾਸ਼ ਤੋਂ ਇੱਕ ਬਿਬਾਨ ਆਇਆ ਹੈ, ਚੌਂ ਦਿਸ ਪਸਰਿਓ ਜਾਸ ਪ੍ਰਭਾਵਾ, ਜਿਸ ਬਿਬਾਨ ਦਾ ਪ੍ਰਕਾਸ਼ ਸਾਰੇ ਪਾਸੇ ਜਗਮਗ ਗਾ ਰਿਹਾ ਸੀ। ਕਿੰਕਰ ਜੀ ਕੋ ਲਗੀ ਅਨੂਪਾ, ਜਿਸ ਬਿਬਾਨ ਨੂੰ ਲਿਆਉਣ ਵਾਲੇ ਕਿੰਕਰ ਜਿਹੜੇ ਦਾਸ ਸੀ ਨਾ, ਅਨੂਪਾ ਬੜੇ ਸੁੰਦਰ ਸਨ। ਭਾਵ ਪ੍ਰਭੂ ਦੇ ਜਿਹੜੇ ਭਗਤ ਸਨ, ਕਮਾਈ ਵਾਲੇ ਸਨ, ਉਹ ਇਸ ਬਿਬਾਨ ਨੂੰ ਲੈ ਕੇ ਆਏ ਹਨ। ਚਾਰ ਭੁਜਾ ਸੁਠ ਸਿਆਮ ਸਰੂਪਾ, ਜਿਨ੍ਹਾਂ ਦੀਆਂ ਸੁੰਦਰ ਬਾਹਾਂ ਸੀ, ਸੁੰਦਰ ਰੰਗ ਸੀ। ਬੈ ਕਿਸ਼ੋਰ ਸ਼ਸ ਬਦਨ ਸੁਹਾਵਤ, ਉਮਰ ਜਿਨ੍ਹਾਂ ਦਾਸਾਂ ਦੀ ਕਿਸ਼ੋਰ ਸੀ, ਜਿਹੜਾ ਮੁਖ ਸੀ ਉਹ ਚੰਦਰਮਾ ਵਾਂਗੂ ਸ਼ੋਭ ਰਿਹਾ ਸੀ। ਕੁੰਡਲ ਮੁਕਟ ਹਾਰ ਸ਼ਬ ਪਾਵਤ, ਬੜੇ ਸੁੰਦਰ ਕੁੰਡਲ ਮੁਕਟ ਹਾਰ ਸ਼ੋਭਾ ਪਾਰੇ ਸਨ। ਨੰਦਾਦਿਕ ਪ੍ਰਭ ਕਿੰਕਰ ਜੀ, ਨੰਦ ਤੋਂ ਆਦ ਜਿਹੜੇ ਧਰਮੀ ਰਾਜੇ ਹੋਏ ਨਾ, ਕਹਿੰਦੇ ਇਹ ਬਿਬਾਨ ਲੈ ਕਰਕੇ ਧਰੂ ਜੀ ਦੇ ਪਾਸ ਆਏ ਹਨ। ਧਰੂਵ ਕੇ ਪਦ ਬੰਦਤ ਪੇਸੀ, ਇਹਨਾਂ ਨੇ ਧਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਕਹਿਣ ਲੱਗੇ ਹੀ ਰਾਜਕੁਮਾਰਾ, ਆ ਕੇ ਕਹਿਣ ਲੱਗੇ ਐ ਰਾਜਕੁਮਾਰ ਸੁਣੋ, ਬਾਲ ਬੈਸ ਕੀ ਭਗਤ ਅਪਾਰਾ, ਧਰੂ ਜੀ ਤੁਸੀਂ ਬਚਪਨ ਵਿੱਚ ਬਾਲ ਅਵਸਥਾ ਵਿੱਚ ਬਹੁਤ ਸਮਾਂ ਤਪ ਕੀਤਾ। ਤ੍ਰਿਭਵਨ ਪਤ ਤੁਮ ਭਲੇ ਰਜਾਈ, ਤੁਹਾਡੇ ਤਪ ਦੇ ਉੱਤੇ, ਭਗਤੀ ਉੱਤੇ, ਪ੍ਰੇਮਾ ਭਗਤੀ ਉੱਤੇ ਤਿੰਨਾਂ ਭਵਨਾਂ ਦੇ ਮਾਲਕ ਪ੍ਰਭੂ ਬੜੇ ਪ੍ਰਸੰਨ ਹੋਏ। ਤਾਹੀ ਨੇ ਤੁਝ ਪਾਸ ਪਠਾਏ, ਤੇ ਉਸ ਪ੍ਰਭੂ ਨੇ ਹੀ ਸਾਨੂੰ ਤੁਹਾਡੇ ਪਾਸ ਭੇਜਿਆ ਹੈ। ਪ੍ਰਭ ਆਗਿਆ ਅਬ ਕਰਹੁ ਪਿਆਨਾ, ਹੁਣ ਪ੍ਰਭੂ ਦੀ ਆਗਿਆ ਹੈ ਤੁਹਾਡੇ ਤਾਈਂ ਕਿ ਇਸ ਸੰਸਾਰ ਤੋਂ ਆਪ ਜੀ ਪਿਆਨਾ ਕਰੋ, ਕਿਉਂਕਿ ਇਹ ਜਿਹੜਾ ਸਰੀਰ ਹੈ ਇਹ ਇੱਕ ਨਾ ਇੱਕ ਦਿਨ ਤਾਂ ਸਾਰਿਆਂ ਦਾ ਹੀ ਨਾਸ ਹੋਣਾ ਹੈ। ਪਰ ਜਿਹੜੇ ਪ੍ਰਮਾਤਮਾ ਦੇ ਪਿਆਰੇ ਹਨ ਉਹ ਸੰਸਾਰ ਦੇ ਵਿੱਚ ਸਦਾ ਹੀ ਰਹਿੰਦੇ ਹਨ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਧਰੂ ਜੀ ਤਾਂ ਅੱਜ ਵੀ ਅਚਲ ਪਦਵੀ ਜਿਨ੍ਹਾਂ ਪ੍ਰਾਪਤ ਕੀਤੀ ਹੋਈ ਹੈ, ਜਿਨ੍ਹਾਂ ਦਾ ਆਸਣ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਭਾਈ ਬਾਲੇ ਨੂੰ ਦਿਖਾਇਆ ਹੈ। ਐਸੇ ਪ੍ਰਭੂ ਦੇ ਭਗਤ ਅੱਜ ਵੀ ਅਮਰ ਹਨ, ਜਿਨ੍ਹਾਂ ਦੀਆਂ ਪਦਵੀਆਂ ਵੀ ਜਿਹੜੀਆਂ ਹਨ ਉਹ ਅਟਲ ਹਨ। ਕਹਿੰਦੇ ਧਰੂ ਜੀ ਨੂੰ ਆ ਕੇ ਸੇਵਕ ਕਹਿਣ ਲੱਗੇ ਕਿ ਜਿਸ ਪ੍ਰਭੂ ਨੇ ਤੁਹਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ, ਉਸ ਪ੍ਰਭੂ ਦਾ ਹੁਣ ਸੱਦਾ ਆਇਆ ਕਿ ਆਪ ਜੀ ਇੱਥੋਂ ਹੁਣ ਪਿਆਨਾ ਕਰੋ। ਨਿਰਮਲ ਸੁਖ ਭੋਗੋ ਬਿਦ ਨਾਨਾ, ਚੱਲ ਕੇ ਪਰਲੋਕ ਵਿੱਚ ਸੁੰਦਰ ਸੁਖ ਭੋਗਣੇ ਕਰੋ। ਸਪਤ ਰਿਖੀ ਅਬਲਾਖਤ ਪਦ ਜੇਹ, ਕਹਿੰਦੇ ਜਿਸ ਪਦਵੀ ਨੂੰ ਸੱਤ ਉੱਚ ਪਦਵੀ ਵਾਲੇ ਰਿਖੀ ਪ੍ਰਾਪਤ ਕਰਨਾ ਚਾਹੁੰਦੇ ਨੇ, ਜਤਨ ਕਰਤ ਪ੍ਰਾਪਤ ਹੋਏ ਨਹਿ ਤੇਹ, ਰਿਖੀ ਵੀ ਬੜੇ ਯਤਨ ਕਰਦੇ ਨੇ ਕਿ ਪਦਵੀ ਸਾਨੂੰ ਪ੍ਰਾਪਤ ਹੋ ਜਾਵੇ। ਆਮ ਮਨੁੱਖ ਨੇ ਕੀ ਯਤਨ ਕਰਨੇ ਨੇ? ਮਨੁੱਖ ਤਾਂ ਕੇਵਲ ਆਪਣੀ ਰੋਟੀ ਦੀ ਹੀ ਚਿੰਤਾ ਹੁੰਦੀ ਹੈ ਕਿ 2 ਟਾਈਮ ਦੀ ਮੈਨੂੰ ਮਿਲ ਜਾਵੇ, ਅੱਗਾ ਕਿਹੜਾ ਕਿਸੇ ਨੇ ਦੇਖਿਆ ਹੈ। ਪਰ ਇਹ ਤਾਂ ਕਮਾਈ ਵਾਲੀ ਦਿਖਾਉਂਦੇ ਨੇ ਜਾਂ ਇਹਦਾ ਗਿਆਨ ਦਿੰਦੇ ਹਨ। ਕਹਿੰਦੇ ਧਰੂ ਜੀ ਨੂੰ ਆ ਕੇ ਕਹਿੰਦੇ ਨੇ ਕਿ ਚਲੋ ਹੁਣ ਉਹ ਪਦਵੀ ਤੁਹਾਨੂੰ ਪ੍ਰਭੂ ਨੇ ਦੇਣੀ ਹੈ, ਜਿਸ ਪਦਵੀ ਨੂੰ ਵੱਡੇ ਵੱਡੇ ਰਿਖੀ ਵੀ ਇੱਛਾ ਕਰਦੇ ਨੇ, ਭਗਤੀ ਕਰਦੇ, ਤਪ ਕਰਦੇ ਨੇ, ਪਰ ਉਹਨਾਂ ਨੂੰ ਵੀ ਉਹ ਪਦਵੀ ਹਲੇ ਤੱਕ ਪ੍ਰਾਪਤ ਨਹੀਂ ਹੋਈ। ਪਾਨ ਇੰਦ ਗ੍ਰਹਿ ਆਦਿਕ ਸਾਰੀ, ਸਾਰੇ ਜਿਹੜੇ ਗ੍ਰਹਿ ਇੰਦਰ ਆਦਿਕ ਹਨ, ਕਰੇ ਪ੍ਰਦਛਨ ਨਿਤ ਹਿਤ ਧਾਰੇ, ਸੂਰਜ ਚੰਦਰਮਾ ਜਿਸ ਦੀਆਂ ਬਹੁਤੇ ਹਿੱਤ ਧਾਰ ਕੇ, ਪ੍ਰਸੰਨਤਾ ਧਾਰ ਕੇ ਪਰਿਕਰਮਾ ਕਰਦੇ ਹਨ। ਕਿਉਂਕਿ ਪਰਿਕਰਮਾ ਆਪ ਤੋਂ ਵੱਡੇ ਦੀਆਂ ਕੀਤੀਆਂ ਜਾਂਦੀਆਂ ਨੇ ਨਾ। ਕਹਿੰਦੇ ਉਸ ਪਦਵੀ ਦੇ ਉੱਤੇ ਤੁਹਾਨੂੰ ਪ੍ਰਭੂ ਨੇ ਆ ਕੇ ਬਿਠਾਉਣਾ, ਲਿਜਾ ਕੇ ਬਿਠਾਉਣਾ ਹੈ, ਜਿਸ ਦੀਆਂ ਪਰਿਕਰਮਾ ਸੂਰਜ ਚੰਦਰਮਾ ਇਤਿਆਦਿਕ ਤਾਰੇ ਸਾਰੇ ਹੀ ਕਰਦੇ ਨੇ। ਤੋਰ ਪਿਤਾ ਮਾਦਿਕ ਤਪਕਾਰੀ, ਤੁਹਾਡੇ ਪਿਤਾ ਉਤਾਨਪਾਦ ਨੇ, ਤੁਹਾਡੇ ਦਾਦੇ ਨੇ, ਮਨੂ ਰਾਜੇ ਨੇ ਬਹੁਤ ਭਾਰੀ ਤਪ ਕੀਤੇ ਨੇ, ਕੋਈ ਨਾ ਪਹੁੰਚਿਓ ਤਹਾਂ ਪਰ ਅਗਾਰੀ, ਉਸ ਪਦਵੀ ਤੱਕ ਤਪਸਵੀ ਵੀ ਨਹੀਂ ਪਹੁੰਚ ਸਕੇ। ਇਸ ਬਿਵਾਨ ਪਰ ਚੜੋ ਤੁਰੰਤਾ, ਚਲੋ ਧਰੂ ਜੀ ਤੇ ਤੁਸੀਂ ਇਸ ਬਿਬਾਨ ਦੇ ਉੱਤੇ ਚੜਨਾ ਕਰੋ। ਭੋਗੋ ਸੁਖ ਜੋ ਮਹਿਤੀ ਅਨੰਤਾ, ਜੋ ਬਹੁਤ ਅੰਤ ਤੋਂ ਰਹਿਤ ਸਦੀਵ ਕਾਲ ਸੁਖ ਜਿਹੜੇ ਉਹ ਭੋਗਣੇ ਕਰੋ। ਤਿਨਕੇ ਬਚਨ ਸੁਨੇ ਤਰੂ ਜਬ ਹੀ, ਇਹਨਾਂ ਦੇ ਬਚਨ ਸੁਣੇ ਹਨ ਧਰੂ ਜੀ ਨੇ ਜਦੋਂ। ਸੁਰ ਸਰ ਮੈਂ ਇਸ਼ਨਾਨ ਕੀਏ ਤਬ ਹੀ, ਨੇੜੇ ਗੰਗਾ ਸੀ, ਗੰਗਾ ਵਿੱਚ ਧਰੂ ਜੀ ਨੇ ਇਸ਼ਨਾਨ ਕੀਤਾ ਹੈ। ਸਰਬ ਰਿਖਿਨ ਕੋ ਬੰਧਨ ਕੀਨੀ, ਜਿਹੜੇ ਰਿਖੀ ਬਿਬਾਨ ਲੈ ਕੇ ਆਏ ਸੀ ਉਹਨਾਂ ਰਿਖੀਆਂ ਨੂੰ ਵੀ ਨਮਸਕਾਰ ਕੀਤੀ ਹੈ ਕਿ ਤੁਸੀਂ ਵੀ ਪ੍ਰਭੂ ਦੇ ਪਿਆਰੇ ਹੋ। ਹਰਖਤ ਹੋਏ ਸੁਭ ਆਸਿਖ ਲੀਨੀ, ਪ੍ਰਸੰਨ ਹੋ ਕੇ ਉਹਨਾਂ ਤੋਂ ਅਸੀਸ ਲਈ ਹੈ। ਪੁਨ ਬਿਮਾਨ ਪੂਜਾ ਪਲ ਭਾਂਤੀ, ਫਿਰ ਉਸ ਬਿਬਾਨ ਨੂੰ ਭਗਤ ਜੀ ਨੇ ਨਮਸਕਾਰ ਕੀਤੀ। ਤੀਨ ਪ੍ਰਦਛਨ ਦੀਨ ਸੁਹਾਤੀ, ਉਸ ਬਿਬਾਨ ਦੀਆਂ 3 ਪਰਿਕਰਮਾ ਕੀਤੀਆਂ ਨੇ।
ਸਰਬ ਗਣਨ ਕੋ ਬੰਧਨ ਕਰਕੇ ਸਾਰੇ ਜਿਹੜੇ ਗਣ ਆਏ ਸਨ ਉਹਨਾਂ ਨੂੰ ਨਮਸਕਾਰ ਕਰਕੇ ਚੜਿਓ ਵਿਮਾਨ ਹਰਖ ਉਰ ਭਰ ਕੇ ਬਹੁਤ ਹੀ ਖੁਸ਼ੀ ਮਨ ਵਿੱਚ ਧਾਰ ਕੇ ਧਰੂ ਜੀ ਬਿਮਾਨ ਤੇ ਚੜ ਗਏ। ਹੁਣ ਮੌਤ ਦੀ ਚਿੰਤਾ, ਇਹ ਤਾਂ ਬੰਦਾ ਮੌਤ ਦੀ ਗੱਲ ਸੁਣ ਲੇ ਤਾਂ ਧਰਤੀ ਪੈਰਾਂ ਹੇਠੋਂ ਖਿਸਕ ਜਾਂਦੀ ਹੈ ਕਿ ਮੌਤ, ਪਰ ਨਹੀਂ ਡਰਦੇ ਤੇ ਪ੍ਰਭੂ ਦੇ ਪਿਆਰੇ ਨਹੀਂ ਡਰਦੇ। ਮਹਾਰਾਜ ਦਾ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣਾ ਗ੍ਰਹਿ ਜਾਏ, ਰੋਵੋ ਸਾਕਤ ਵਾਪਰੈ ਜੋ ਹਾਟੈ ਹਾਟ ਵਿਕਾਏ। ਕਹਿੰਦੇ ਰੋਣਾ ਤੇ ਸਾਕਤਾਂ ਲਈ ਰੋਵੋ ਜਿਹੜੇ ਸਾਰੀ ਉਮਰ ਵਿਕਾਰਾਂ ਵਿੱਚ ਬਤੀਤ ਕਰਦੇ ਰਹੇ ਤੇ ਕਹਿੰਦੇ ਰਹੇ ਅੱਗਾ ਕਿਹਨੇ ਦੇਖਿਆ। ਤੇ ਜਦੋਂ ਜੰਮ ਲੈਣ ਵਾਸਤੇ ਆਉਂਦੇ ਨੇ ਫਿਰ ਉਹ ਦੇਖਦੇ ਨੇ ਕਾਲੇ ਮੂੰਹ ਵਾਲੇ, ਫਿਰ ਬੰਦਾ ਥਰ ਥਰ ਕੰਬਦਾ ਹੈ। ਜਬ ਜਮ ਆਏ ਕੇਸ ਗਏ ਪਟਕੈ, ਫਿਰ ਉਹ ਤਾਂ ਸਮਾਂ ਵੀ ਨਹੀਂ ਦਿੰਦੇ। ਕਹਿੰਦੇ ਪ੍ਰਭੂ ਦੇ ਪਿਆਰੇ ਤਾਂ ਨਾਮ ਜਪ ਕਰਕੇ ਬੰਦਗੀ ਕਰਕੇ ਇਹ ਮਨੁੱਖਾ ਸਰੀਰ ਨੂੰ ਜਿੱਤ ਲੈਂਦੇ, ਬਾਜੀ ਨੂੰ ਜਿੱਤ ਲੈਂਦੇ ਹਨ ਤੇ ਫਿਰ ਉਹ ਸੁਰਖਰੂ ਹੋ ਕਰਕੇ ਦਰਗਾਹ ਨੂੰ ਜਾਂਦੇ ਨੇ। ਇਸ ਕਰਕੇ ਰੱਬ ਦੇ ਪਿਆਰੇ ਕਦੇ ਮੌਤ ਦਾ ਨਾਂ ਸੁਣ ਕਰਕੇ ਉਦਾਸ ਨਹੀਂ ਹੁੰਦੇ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੂੰ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਇਸ ਤਰ੍ਹਾਂ ਧਰੂ ਜੀ ਨੇ ਨਮਸਕਾਰ ਕੀਤੀ ਹੈ ਤੇ ਬੜੇ ਪ੍ਰਸੰਨ ਹੋ ਕਰਕੇ ਉਸ ਬਿਬਾਨ ਦੇ ਵਿੱਚ ਬੈਠੇ ਹਨ। ਦੇਵਨ ਬਾਦਿਤ ਸਰਬ ਬਜਾਈ, ਉਸ ਵੇਲੇ ਜਿਹੜੇ ਦੇਵਤੇ ਸਨ ਉਹਨਾਂ ਨੇ ਇਬਾਦਤ ਸਾਜ਼ ਜਿਹੜੇ ਸਨ ਆਪਣੇ ਵਜਾਏ ਹਨ। ਪੁਸ਼ਪਾਜੁਲ ਬਹੁਤੀ ਵਰਖਾਈ, ਫੁੱਲਾਂ ਦੀ ਵਰਖਾ ਧਰੂ ਜੀ ਦੇ ਉੱਤੇ ਕੀਤੀ ਹੈ। ਜੈ ਜੈ ਤੁਨ ਚਹੋਰ ਉਚਾਰੀ, ਚਾਰੇ ਪਾਸੇ ਫਿਰ ਜੈ ਜੈਕਾਰ ਧਰੂ ਜੀ ਦੀ ਹੋਈ ਹੈ। ਚਲਿਓ ਵਿਮਾਨ ਮਹਾ ਸੁਖਕਾਰੀ, ਬਹੁਤਾ ਸੁਖ ਦੇਣ ਵਾਲਾ ਵਿਮਾਨ ਫਿਰ ਚੱਲ ਪਿਆ ਹੈ। ਸਭ ਹਿੰਤੀ ਉੱਚੀ ਅਸਥਾਨਾ, ਵਿਮਾਨ ਫਿਰ ਉੱਥੇ ਗਿਆ ਜਿੱਥੇ ਸਾਰਿਆਂ ਤੋਂ ਉੱਚਾ ਸਥਾਨ ਹੈ। ਪਹੁੰਚਿਓ ਚੱਲ ਕਰ ਰੁਚਿਰ ਵਿਮਾਨਾ, ਇਹ ਸੁੰਦਰ ਵਿਮਾਨ ਧਰੂ ਜੀ ਨੂੰ ਉੱਥੇ ਲੈ ਗਿਆ ਜਿੱਥੋਂ ਆਪਾਂ ਇਤਿਹਾਸ ਸਰਵਣ ਕਰ ਰਹੇ ਹਾਂ ਕਿ ਸਾਰੀਆਂ ਪੁਰੀਆਂ ਤੋਂ ਉੱਪਰ ਪੁਰੀ ਫਿਰ ਧਰੂ ਜੀ ਦੀ ਹੈ ਸੱਚਖੰਡ ਦੇ ਪਾਸ। ਉੱਥੇ ਧਰੂ ਜੀ ਪਰਲੋਕ ਵਿੱਚ ਪਹੁੰਚਦੇ ਹਨ। ਸ੍ਰੀ ਅੰਗਦ ਸੁਣੀਏ ਗੁਣ ਖਾਨੀ, ਭਾਈ ਬਾਲਾ ਜੀ ਕਹਿੰਦੇ ਆ ਗੁਣਾ ਦੀ ਖਾਨ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆਪ ਜੀ ਸੁਣੋ। ਸ੍ਰੀ ਗੁਰ ਪਾਖੀ ਸਰਬ ਕਹਾਣੀ, ਇਹ ਸਾਰੀ ਕਹਾਣੀ ਸਾਰੀ ਸਾਖੀ ਭਾਈ ਮਰਦਾਨਾ ਜੀ ਦੀ ਬੇਨਤੀ ਕਰਨ ਤੇ ਨਾ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਣਾਈ ਹੈ। ਸੁਨ ਮਰਦਾਨਾ ਕਹਿ ਚਿਤ ਚਾਹੀ, ਇਹ ਸੁਣ ਕੇ ਭਾਈ ਮਰਦਾਨਾ ਜੀ ਦੇ ਚਿੱਤ ਦੇ ਵਿੱਚ ਹੋਰ ਵੀ ਚਾਅ ਜਾਗਿਆ, ਕਿਉਂਕਿ ਇਹ ਕਥਾ ਕਹਾਣੀਆਂ ਸੁਣਨ ਦਾ ਸੁਣਾਉਣ ਦਾ ਲਾਭ ਇਹੋ ਹੈ ਕਿ ਭਗਤੀ ਕਰਨ ਦੇ ਵਿੱਚ ਮਨ ਜਿਹੜਾ ਸੀ ਉਹ ਪ੍ਰਸੰਨ ਹੋ ਕੇ ਜਾਗ ਜਾਵੇ, ਪ੍ਰਸੰਨਤਾ ਦੇ ਨਾਲ ਮਨ ਤਿਆਰ ਹੋ ਜਾਵੇ ਕਿ ਪ੍ਰਭੂ ਦੇ ਪਿਆਰਿਆਂ ਨੇ ਭਗਤੀ ਕਰਕੇ ਕਿੰਨੀਆਂ ਕਿੰਨੀਆਂ ਉੱਚੀਆਂ ਪਦਵੀਆਂ ਪਾ ਲਈਆਂ। ਮਹਾਰਾਜ ਤੁਰੁੱਠ ਕੇ ਸਾਡੀ ਝੋਲੀ ਵੀ ਨਾਮ ਦੀ ਦਾਤ ਪਾ ਦਿਓ, ਜਿਸ ਨਾਮ ਦੇ ਨਾਲ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਕਹਿੰਦੇ ਸੁਣ ਕੇ ਭਾਈ ਮਰਦਾਨਾ ਜੀ ਚਿੱਤ ਬੜਾ ਪ੍ਰਸੰਨ ਹੋਇਆ ਤੇ ਚਿੱਤ ਜਿਹੜਾ ਸੀ ਉਹ ਕਰਨ ਲੱਗਾ ਕਿ ਚਲੋ ਮਹਾਰਾਜ ਹੁਣ ਚੱਲ ਕੇ ਦਰਸ਼ਨ ਕਰੀਏ। ਸ੍ਰੀ ਪ੍ਰਭ ਦਰਸ ਕਰਹਿ ਅਬ ਤਾਹੀ, ਮਹਾਰਾਜ ਚੱਲ ਕੇ ਹੁਣ ਉਹ ਭਗਤ ਧਰੂ ਜੀ ਦੇ ਦਰਸ਼ਨ ਕਰੀਏ। ਜੇ ਕੋ ਰੁਚਿਰ ਚਰਤ ਤੁਮ ਪਾਖਾ, ਜਿਨ੍ਹਾਂ ਦੇ ਸੁੰਦਰ ਚਰਿੱਤਰ ਤੁਸੀਂ ਸਾਨੂੰ ਸੁਣਾਏ ਹਨ। ਤੇ ਕੇ ਦੇਖਨ ਕੀ ਅਬਲਾਖਾ, ਮਹਾਰਾਜ ਹੁਣ ਉਸ ਨੂੰ ਦੇਖਣ ਦੀ ਸਾਡੀ ਇੱਛਾ ਹੈ। ਸ੍ਰੀ ਗੁਰ ਭਣੇ ਸੁਨੋ ਮਰਦਾਨਾ, ਸੁਣ ਕੇ ਗੁਰੂ ਜੀ ਕਹਿੰਦੇ ਮਰਦਾਨਿਆਂ ਸੁਣ, ਚਲੋ ਦਿਖਾਵੇ ਤੀ ਸਥਾਨਾ, ਚੱਲ ਚਲੀਏ ਤੇ ਚੱਲ ਕੇ ਤੈਨੂੰ ਧਰੂ ਜੀ ਦਾ ਸਥਾਨ ਦਿਖਾਈਏ। ਅਸ ਕਹਿ ਗਮਨ ਕੀਓ ਤਤਕਾਲਾ, ਇਸ ਤਰ੍ਹਾਂ ਕਹਿ ਕੇ ਸਤਿਗੁਰੂ ਅੱਗੇ ਚੱਲ ਪਏ। ਧਰੂਵ ਮੰਡਲ ਮੈਂ ਗਈ ਕਿਰਪਾਲਾ, ਕਿਰਪਾਲੂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਭਾਈ ਬਾਲਾ ਜੀ ਕਹਿੰਦੇ ਸਾਨੂੰ ਲੈ ਕੇ ਨਾ ਧਰੂ ਜੀ ਦਾ ਜਿਹੜਾ ਮੰਡਲ ਹੈ ਉਹਨਾਂ ਦਾ ਜਿੱਥੇ ਆਸਣ ਹੈ ਉੱਥੇ ਪਹੁੰਚ ਗਏ ਨੇ। ਦੋਹਰਾ ਫਿਰ ਤੁਹ ਤੋ ਧਰੁਵ ਥਾਨ, ਉਸ ਧਰੂ ਮੰਡਲ ਦੇ ਵਿੱਚ ਭਗਤ ਧਰੂ ਜੀ ਵਿਚਰ ਰਹੇ ਹਨ। ਨਿਜ ਦੇਖ ਹਮਾਰੀ ਓਰ, ਜਦੋਂ ਧਰੂ ਜੀ ਨੇ ਸਾਡੇ ਵੱਲ ਦੇਖਿਆ ਹੈ ਉਰ ਵਿਚਾਰ ਤ੍ਰੈ ਨਰ ਇਹਾਂ, ਆਪਣੇ ਮਨ 'ਚ ਵਿਚਾਰਨ ਲੱਗੇ ਕਿ ਤਿੰਨ ਮਨੁੱਖ ਇੱਥੇ ਆਏ ਕਿਹ ਕੇ ਜੋਰ, ਕਿਸ ਦੇ ਜ਼ੋਰ ਨਾਲ ਇੱਥੇ ਪਹੁੰਚੇ ਹਨ। ਚੌ ਪਈ ਪਹੁੰਚੇ ਤੇ ਸਮੀਪ ਜਬ ਜਾਈ, ਜਿਸ ਵੇਲੇ ਅਸੀਂ ਧਰੂ ਜੀ ਦੇ ਕੋਲ ਪਹੁੰਚੇ ਸ੍ਰੀ ਕਰਤਾਰ ਕਰਤਾਰ ਅਲਾਈ, ਸਤਿਗੁਰੂ ਜੀ ਨੇ ਆਪਣੇ ਮੁਖੋਂ ਸ਼੍ਰੀ ਕਰਤਾਰ ਉਚਾਰਿਆ ਹੈ। ਬੂਝਤ ਧਰੂਵ ਕੌਣ ਤੁਮ ਆਏ, ਧਰੂ ਜੀ ਪੁੱਛਦੇ ਨੇ ਕਿ ਤੁਸੀਂ ਕੌਣ ਹੋ ਤੇ ਕਿੱਧਰ ਆਏ ਹੋ। ਭੂਚਰ ਖੇਚਰ ਕਿਨ ਪਹੁੰਚਾਏ, ਧਰਤੀ ਤੇ ਚੱਲਣ ਵਾਲੇ ਆਕਾਸ਼ ਲੋਕ ਵਿੱਚ ਕਿਸ ਤਰ੍ਹਾਂ ਪਹੁੰਚੇ ਹੋ। ਕੈਸੇ ਮਾਰਗ ਲੀਨ ਪਛਾਨਾ, ਇਹ ਮਾਰਗ ਤੁਹਾਨੂੰ ਕਿਸ ਤਰ੍ਹਾਂ ਮਿਲਿਆ ਹੈ। ਆਗੇ ਕਿਤ ਕੋ ਕੀਨ ਪਿਆਨਾ, ਇਹ ਵੀ ਦੱਸੋ ਕਿ ਇਸ ਤੋਂ ਅੱਗੇ ਤੁਸੀਂ ਕਿੱਧਰ ਜਾਵੋਗੇ। ਬਿਖਮ ਪੰਥ
ਵੱਡ ਕਿਉਂ ਕਰ ਇਹ ਆਏ। ਤਾਂ ਬੜਾ ਕਰੜਾ ਪੈਂਡਾ ਹੈ, ਤੁਸੀਂ ਕਿਸ ਤਰ੍ਹਾਂ ਪੂਰਾ ਕਰਕੇ ਆਏ ਹੋ। ਦੇਵ ਨ ਦਾਨਵ ਕਿਨਹੂ ਖਾਏ। ਕਿਸੇ ਦੈਂਤ ਨੇ ਹੋਰ ਕਿਸੇ ਨੇ ਤੁਹਾਨੂੰ ਰਸਤੇ 'ਚ ਰੁਕਿਆ ਨਹੀਂ, ਮਾਰਿਆ ਨਹੀਂ, ਖਾਦਾ ਨਹੀਂ। ਪੂਰਬ ਭਈ ਨ ਕਬਹੂ ਐਸੇ। ਇਸ ਤਰ੍ਹਾਂ ਪਹਿਲਾਂ ਤਾਂ ਕਦੀ ਵੀ ਨਹੀਂ ਹੋਇਆ ਦੇਹ ਸਹਿਤ ਆਏ ਅਬ ਜੈਸੇ। ਕਿ ਜਿਸ ਤਰ੍ਹਾਂ ਤੁਸੀਂ ਦੇਹੀ ਸਮੇਤ ਇੱਥੇ ਪਹੁੰਚ ਗਏ ਹੋ ਨਾ, ਇਸ ਤਰ੍ਹਾਂ ਤੇ ਪਹਿਲਾਂ ਮੈਂ ਕਿਸੇ ਨੂੰ ਨਹੀਂ ਦੇਖਿਆ ਕੋਈ ਦੇਹ ਦੇ ਸਮੇਤ ਇਸ ਲੋਕ ਵਿੱਚ ਪਹੁੰਚਿਆ ਹੋਵੇ। ਬਿਖਮ ਪਹਾੜ ਉਲੰਗੇ ਸਾਰੇ। ਇਹਨੇ ਨੇ ਕਠਨ ਬਿਖਮ ਜਿਹੜੇ ਪੈਂਡੇ ਸਨ, ਪਹਾੜ ਸਨ, ਤੁਸੀਂ ਸਾਰੇ ਲੰਘ ਆਏ ਹੋ। ਜੋ ਸੁਨ ਸ੍ਰੀ ਗੁਰ ਬਚਨ ਉਚਾਰੇ। ਇਹ ਸੁਣ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਕਿਹਾ। ਦੋਹਰਾ ਸਤਨਾਮ ਕਰਤਾ ਪੁਰਖ। ਗੁਰੂ ਜੀ ਕਹਿਣ ਲੱਗੇ ਸਤਨਾਮ ਕਰਤਾ ਪੁਰਖ, ਉਹ ਸੱਚਾ ਪਰਮੇਸ਼ਰ ਦਾ ਨਾਮ ਤੇ ਸ੍ਰਿਸ਼ਟੀ ਦਾ ਉਹ ਕਰਤਾ ਹੈ, ਪੁਰਖ ਪੂਰਿਆ ਹੋਇਆ ਹੈ। ਕੀਨ ਭਗਤ ਤੇ ਜੋਰ। ਉਸ ਪ੍ਰਭੂ ਦੀ ਭਗਤੀ ਕੀਤੀ ਹੈ ਉਹਦੇ ਨਾਮ ਦੇ ਜ਼ੋਰ ਦੇ ਨਾਲ, ਉਹਦੇ ਨਾਮ ਦੀ ਤਾਕਤ ਦੇ ਨਾਲ। ਮਾਰਗ ਭਲੇ ਪਛਾਣ ਕੈ। ਇਹ ਰਸਤਾ ਚੰਗੀ ਤਰ੍ਹਾਂ ਪਛਾਣ ਕੇ ਆਏ ਤੁਮਰੀ ਔਰ। ਗੁਰਦੇਵ ਕਹਿੰਦੇ ਅਸੀਂ ਤੁਹਾਡੇ ਤੱਕ ਪਹੁੰਚੇ ਹਾਂ। ਸਿੱਧਾ ਨੇ ਵੀ ਉਹ ਸਵਾਲ ਕੀਤਾ ਸੀ ਕਿ ਕੌਣ ਸ਼ਕਤ ਤੁਹੀ ਇੱਥੇ ਲਿਆਈ, ਤੇ ਮਹਾਰਾਜ ਜੀ ਨੇ ਉੱਤਰ ਦਿੱਤਾ ਸੀ ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਅਸੀਂ ਭਗਤੀ ਵਿੱਚ ਸਮਾਧੀ ਜੋੜ ਕੇ, ਨਾਮ ਦੇ ਵਿੱਚ ਸੁਰਤ ਨੂੰ ਟਿਕਾ ਕੇ, ਪ੍ਰਭੂ ਦੀ ਭਗਤੀ ਦੀ ਜ਼ੋਰ ਦੇ ਨਾਲ ਇੱਥੇ ਪਹੁੰਚੇ ਆ। ਇੱਥੇ ਵੀ ਮਹਾਰਾਜ ਨੇ ਇਹੋ ਉੱਤਰ ਦਿੱਤਾ। ਗੁਰੂ ਜੀ ਕਹਿਣ ਲੱਗੇ ਸਤਨਾਮ ਕਰਤਾ ਪੁਰਖ ਕੀਨ ਭਗਤ ਤੇ ਜੋਰ। ਪ੍ਰਭੂ ਦੀ ਭਗਤੀ ਦੇ ਜ਼ੋਰ ਦੇ ਨਾਲ ਮਾਰਗ ਭਲੇ ਪਛਾਣ ਕੇ, ਚੰਗੇ ਰਸਤੇ ਪਛਾਣ ਕੇ ਆਏ ਤੁਮਰੀ ਔਰ, ਅਸੀਂ ਤੁਹਾਡੇ ਤੱਕ ਪਹੁੰਚੇ ਹਾਂ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਸੁਣ ਕੇ ਧਰੂ ਜੀ ਚਰਨੀ ਪੈਣਗੇ ਨਾ ਕਿ ਮਹਾਰਾਜ ਤੁਸੀਂ ਸਰਗੁਣ ਸਰੂਪ ਧਾਰਿਆ ਹੈ। ਜਿਨ੍ਹਾਂ ਨੇ ਪਹਿਲੇ ਸਮੇਂ 'ਚ ਮੇਰੇ ਤੇ ਬਖਸ਼ਿਸ਼ਾਂ ਕੀਤੀਆਂ ਨੇ, ਅੱਜ ਸਰੂਪ ਧਾਰਨ ਕਰਕੇ ਦਰਸ਼ਨ ਦੇਣ ਆਏ ਹੋ, ਤੁਹਾਡੇ ਚਰਨਾਂ ਤੇ ਨਮਸਕਾਰਾਂ ਨੇ। ਇੱਥੇ ਹੀ ਫਿਰ ਮਹਾਰਾਜ ਜੀ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੂੰ ਛੱਡ ਕੇ ਅੱਗੇ ਅਕਾਲ ਪੁਰਖ ਦੇ ਪਾਸ ਸੱਚਖੰਡ ਪਹੁੰਚਦੇ ਹਨ। ਉਹ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਇੱਥੋਂ ਤੱਕ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਕਿਉਂਕਿ ਮਹਾਰਾਜ ਜੀ ਦੀ ਅਗੰਮੀ ਖੇਡ ਹੈ। ਅਸਚਰਜ ਹੀ ਖੇਡਾਂ ਹਨ ਸਤਿਗੁਰਾਂ ਦੀਆਂ। ਇਹ ਤਾਂ ਉਹ ਜਾਣ ਸਕਦੇ ਹਨ ਜਿਹੜੇ ਪੂਰਨ ਕਮਾਈ ਵਾਲੇ ਸੰਤ ਜਾਣੇ। ਜਿਸ ਤਰ੍ਹਾਂ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਮਾਈ ਵਾਲੇ ਸੰਤ ਹਨ। ਉਹਨਾਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖ ਕੇ ਸਤਿਗੁਰਾਂ ਨੇ ਆਪਣਾ ਇਤਿਹਾਸ ਲਿਖਵਾਇਆ ਹੈ। ਉਸ ਇਤਿਹਾਸ ਰਾਹੀਂ ਅੱਜ ਸਰਵਣ ਦਰਸ਼ਨ ਸਾਰੀ ਸੰਗਤ ਨੂੰ ਹੋ ਰਹੇ ਹਨ। ਉਹਨਾਂ ਦੇ ਚਰਨਾਂ ਤੇ ਵੀ ਨਮਸਕਾਰ ਹੈ। ਆਓ ਦੋ ਪੰਕਤੀਆਂ ਸਰਵਣ ਕਰੀਏ। ਇੱਥੇ ਸਮਾਪਤੀ ਹੈ ਜੀ। ਸਤਨਾਮ ਕਰਤਾ ਪੁਰਖ ਕੀਨ ਭਗਤ ਤੇ ਜੋਰ। ਮਾਰਗ ਭਲੇ ਪਛਾਨ ਕੈ ਆਏ ਤੁਮਰੀ ਔਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।